ਇਹ ਗੱਲ ਨਹੀਂ ਹੂੰ ਕਿ ਸਿੱਖਾਂ ਨੇ ਸੰਘਰਸ਼ ਲੜੇ ਨਹੀਂ, ਸੰਘਰਸ਼ ਬਹੁਤ ਲੜੇ ਆ, ਪਰ ਕਦੇ ਜਿੱਤ ਨਸੀਬ ਨਹੀਂ ਹੋਈ। ਇਹ ਹੂੰ ਪਹਿਲੀ ਵਾਰੀ ਹੈ ਪਿਛਲੇ 20-22 ਸਾਲਾਂ ਦੇ ਵਿੱਚ ਕਿ ਪੰਥ ਦੀ ਝੋਲੀ ਦੇ ਵਿੱਚ ਜਿੱਤ ਪਈ ਹੈ। ਸੋ ਉਹਦੇ ਹੂੰ ਚੋਂ ਉਹਨਾਂ ਨੇ ਅਖਾੜਾ ਕਲਚਰ ਤੇ ਨਵਾਂ ਜਿਹੜਾ ਪੌਪ ਮਿਊਜ਼ਿਕ ਲੈ ਕੇ ਆਂਦਾ, ਤੇ ਉਹਨਾਂ ਦਾ ਉਹ ਮੂਵ ਹੈ ਜਿਹੜਾ ਉਹ ਬਹੁਤ ਹੱਦ ਤੱਕ ਕਾਮਯਾਬ ਵੀ ਰਿਹਾ। 20-25 ਸਾਲ ਉਹਨੇ ਪੰਜਾਬ ਦੇ ਵਿੱਚ ਇੱਕ ਇਹੋ ਜਿਹੀ ਕਲਚਰਲ ਅਨਾਰਕੀ ਫੈਲਾਈ ਰੱਖੀ ਕਿ ਨਸ਼ੇ ਤੇ ਹੋਰ ਅਲਾਮਤਾਂ ਜਿਹੜੀਆਂ ਕੰਜ਼ਿਊਮਰਿਜ਼ਮ, ਸੈਕਸ਼ੁਅਲਿਟੀ, ਉਹ ਸਾਰੀਆਂ ਬਹੁਤ ਵੱਧ ਗਈਆਂ। ਪਰ ਹੋਇਆ ਕੀ ਕਿ ਜਿਹੜੀ ਚੀਜ਼ ਨੂੰ ਸਰਕਾਰ ਨੇ ਹਥਿਆਰ ਬਣਾ ਕੇ ਸਾਡੇ ਖਿਲਾਫ ਵਰਤਿਆ ਸੀ, ਉਸੇ ਚੀਜ਼ ਦੇ ਵਿੱਚੋਂ ਬਗਾਵਤ ਪੁੰਗਰੇ ਆਈ। ਤੁਸੀਂ ਖੂਬਸੂਰਤੀ ਵੇਖੋ ਸਿੱਧੂ ਮੂਸੇਵਾਲੇ ਦੇ ਮਾਮਲੇ ਦੇ ਵਿੱਚ ਖਾਸ ਤੌਰ ਤੇ, ਕਿ ਉਸੇ ਗਾਇਕੀ ਦੇ ਵਿੱਚੋਂ ਬਗਾਵਤ ਪੁੰਗਰੇ ਆਈ ਤੇ ਹੁਣ ਉਸੇ ਸਰਕਾਰ ਨੂੰ ਗਾਣੇ ਬੈਨ ਕਰਨੇ ਪੈ ਰਹੇ। ਸਰਦਾਰ ਸਿਮਰਨਜੀਤ ਸਿੰਘ ਮਾਨ ਸਪਿਰਿਟ ਦੀ ਇਨਵਿੰਸੀਬਿਲਿਟੀ ਨੂੰ ਸਿੰਬੋਲਾਈਜ਼ ਕਰਦੇ। ਸੋ ਉਹ ਕੋਈ ਇੰਡੀਵਿਜੂਅਲ ਨਹੀਂਗਾ, ਉਹ ਕੋਈ ਇੱਕ ਵਿਅਕਤੀ ਨਹੀਂ, ਉਹ ਸਾਰੀ ਕੌਮ ਵਾਸਤੇ ਸਿੰਬਲ ਹੈ ਕਿ ਤੁਸੀਂ ਜਿੰਨੇ ਵਾਰੀ ਮਰਜ਼ੀ ਹਾਰੀ ਚੱਲੋ, ਜੋ ਮਰਜ਼ੀ ਹੋਈ ਜਾਵੇ, ਤੁਸੀਂ ਆਪਦਾ ਸਟੈਂਡ ਨਹੀਂ ਬਦਲਣਾ। ਸੋ ਕਾਂਗਰਸ ਆ ਜਿਹੜੀ ਉਹ ਹਿੰਦੂ ਫਾਸ਼ਿਜ਼ਮ ਦਾ ਸੌਫਟ ਫੇਸ, ਤੇ ਬੀਜੇਪੀ ਹੈ ਜਿਹੜੀ ਉਹ ਹਿੰਦੂ ਫਾਸ਼ਿਜ਼ਮ ਦਾ ਹਾਰਡ ਫੇਸ ਹੈ। ਇਹ ਤਾਂ ਬਹੁਤ ਸਿੰਪਲ ਜੀ ਗੱਲ ਹੈ, ਜਿਹਨੂੰ ਲੈਫਟ ਵਾਲੀਆਂ ਧਿਰਾਂ ਮੰਨਣ ਤੋਂ ਇਨਕਾਰੀ ਹੈ ਮੇਰੇ ਖਿਆਲ ਦੇ ਵਿੱਚ। ਤੇ ਮਾਨ ਸਾਹਿਬ ਦੀ ਇਹ ਪ੍ਰਾਪਤੀ ਮੰਨੀ ਜਾਣੀ ਚਾਹੀਦੀ ਹੈ ਕਿ ਉਹ ਇਹ ਗੱਲ ਨੂੰ ਸਮਝਦੇ ਆ। ਆਪਣੇ ਜਿਹੜੇ ਪੰਥਕ ਰਾਜਨੀਤੀ ਦੇ ਵਿੱਚ ਸਰਗਰਮ ਖਾਸ ਕਰਕੇ ਨੌਜਵਾਨ, ਉਹਨਾਂ ਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਉਹ ਇਹ ਹੈ ਵੀ ਕਈ ਵਾਰੀ ਜਿਹੜਾ ਸਾਡਾ ਐਨਾਲਿਸਿਸ ਹੈ ਨਾ, ਪੋਲੀਟੀਕਲ ਐਨਾਲਿਸਿਸ, ਉਹਦੇ ਵਿੱਚ ਇੱਕ ਕਿਸਮ ਦੀ ਬਾਇਸ ਬੜੀ ਹੋਈ ਆ। ਉਹ ਬਾਇਸ ਦਾ ਕਾਰਨ ਹੈ ਲੇਜ਼ੀ ਥਿੰਕਿੰਗ, ਵੀ ਅਸੀਂ ਆਲਸੀ ਹੋ ਗਏ। ਉਹ ਬਾਇਸ ਕੀ ਹੈ ਕਿ ਅਸੀਂ ਹਰ ਗੱਲ ਨੂੰ ਇਸ ਤਰ੍ਹਾਂ ਇੰਟਰਪ੍ਰੇਟ ਕਰਦੇ ਆਂ ਵੀ ਇਹ ਗੱਲ ਐਂ ਵਾਪਰੀ ਹੀ ਤਾਂ ਕਿਉਂਕਿ ਇਹਨੂੰ ਏਜੰਸੀਆਂ ਐਂ ਚਾਹੁੰਦੀਆਂ ਸੀ। ਮੈਂ ਇਹ ਕਹਿੰਦਾ ਵੀ ਜਿਹੜੀਆਂ ਕਿਸੇ ਮੁਲਕ ਦੀਆਂ ਇੰਟੈਲੀਜੈਂਸ ਏਜੰਸੀਆਂ, ਉਹਨਾਂ ਨੂੰ ਉਸ ਮੁਲਕ ਦੀ ਸਰਕਾਰ ਨੇ ਤਨਖਾਹਦਾਰ ਬੰਦੇ ਰੱਖ ਕੇ ਚਲਾਉਣਾ। ਉਹ ਬੰਦੇ ਕੋਈ ਬਹੁਤ ਜ਼ਿਆਦਾ ਐਕਸਟਰਾ ਆਰਡੀਨਰੀ ਜੀਨੀਅਸ ਨਹੀਂ ਹੁੰਦੇ, ਉਹ ਵੀ ਗਲਤੀਆਂ ਕਰਦੇ। ਤੇ ਜਿਹੜੀ ਲੜ ਰਹੀ ਧਿਰ ਹੈ ਉਹ ਇੰਨੀ ਦਿਮਾਗੋਂ ਹਲਕੀ ਨਹੀਂ ਹੁੰਦੀ ਕਿ ਉਹ ਉਹਨਾਂ ਦੀ ਉਹ ਮੂਵਸ ਨੂੰ ਸਮਝ ਹੀ ਨਾ ਸਕੇ, ਉਹਨਾਂ ਨੂੰ ਕਾਊਂਟਰ ਕਰ ਹੀ ਨਾ ਸਕੇ। ਉਹ ਬਹੁਤ ਜ਼ਿਆਦਾ ਓਪਰੇਸ਼ਨ ਵਾਲੀ ਸਿਚੁਏਸ਼ਨ 'ਚ ਵੀ ਤੁਹਾਡੇ ਕੋਲੇ ਕੁਛ ਨਾ ਕੁਛ ਤਰੇੜਾਂ ਹੁੰਦੀਆਂ ਸਿਚੁਏਸ਼ਨ ਦੇ ਵਿੱਚ, ਜਿਨ੍ਹਾਂ ਦੇ ਵਿੱਚ ਦੀ ਤੁਸੀਂ ਐਕਟ ਕਰ ਸਕਦੇ ਹੁੰਦੇ। ਤੁਹਾਡੇ ਕੋਲੇ ਰੂਮ ਹੁੰਦਾ ਐਕਟ ਕਰਨ ਵਾਸਤੇ। ਟੋਟਲ ਕੰਟਰੋਲ ਵਾਲੀ ਸਿਚੁਏਸ਼ਨ ਤਾਂ ਅੱਜ ਤੱਕ ਦੁਨੀਆ ਤੇ ਪੈਦਾ ਹੋਈ ਨਹੀਂ, 100% ਕੰਟਰੋਲ ਵਾਲੀ ਤਾਂ ਫਿਰ ਬਗਾਵਤ ਹੀ ਮਰ ਜਾਂਦੀ, ਨਹੀਂ ਤਾਂ ਫਿਰ ਤਾਂ ਰੈਜ਼ਿਸਟੈਂਸ ਖਤਮ ਹੋ ਜਾਂਦੀ ਦੁਨੀਆ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਨਜ਼ਰੀਆ ਚੈਨਲ ਉੱਪਰ ਜੁੜੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ। ਅੱਜ ਸਾਡੀ ਗੱਲਬਾਤ ਦਾ ਵਿਸ਼ਾ ਸੰਗਰੂਰ ਜ਼ਿਮਨੀ ਚੋਣਾਂ। ਕਿਸਾਨੀ ਅੰਦੋਲਨ ਦੇ ਵਿੱਚ ਫਤਿਹ ਤੋਂ ਬਾਅਦ ਜੋ ਦੂਸਰੀ ਵੱਡੀ ਖੁਸ਼ੀ ਸਿੱਖ ਪੰਥ ਦੇ ਵਿਹੜੇ ਆਈ ਆ, ਉਹ ਜ਼ਿਮਨੀ ਚੋਣਾਂ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਹੋਈ ਹੈ। ਜੋ ਇਹਦੇ ਨਾਲ ਦੋ ਵੱਡੀਆਂ ਜਿਹੜੀਆਂ ਘਟਨਾਵਾਂ ਜਿਨ੍ਹਾਂ ਨੇ ਸਿੱਖ ਜਗਤ ਨੂੰ ਦੁੱਖ ਵੀ ਪਹੁੰਚਾਇਆ, ਜਿਹਦੇ ਵਿੱਚ ਦੀਪ ਸਿੰਘ ਸਿੱਧੂ ਦਾ ਇਦਾਂ ਛੱਡ ਜਾਣਾ, ਸਿੱਧੂ ਮੂਸੇਵਾਲੇ ਦਾ ਇਦਾਂ ਸ਼ੱਕੀ ਹਾਲਾਤਾਂ ਦੇ ਵਿੱਚ ਕਤਲ ਹੋਣਾ। ਪਰ ਇਸ ਦੇ ਬਾਵਜੂਦ ਸਮੂਹਿਕ ਪੱਧਰ ਤੇ ਜੋ ਚੇਤਨਾ ਆਈ ਆ ਸਿੱਖ ਜਗਤ ਦੇ ਵਿੱਚ, ਖਾਸ ਕਰਕੇ ਨਵੀਂ ਪੀੜ੍ਹੀ ਦੇ ਵਿੱਚ, ਇਹ ਸਾਰੇ ਮਸਲੇ ਦੇ ਉੱਪਰ ਗੱਲਬਾਤ ਕਰਨ ਲਈ ਅਸੀਂ ਸਿੱਖ ਚਿੰਤਕ ਸਰਦਾਰ ਪ੍ਰਭ ਸ਼ਰਨਵੀਰ ਸਿੰਘ ਹੋਣਾ ਨਾਲ ਜੁੜੇ ਹਾਂ। ਭਾਜੀ, ਚੈਨਲ ਉੱਪਰ ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਨੂੰ ਤੇ ਸਮੂਹ ਖਾਲਸਾ ਪੰਥ ਨੂੰ ਸਰਦਾਰ ਮਾਨ ਦੀ ਜਿੱਤ ਦੀਆਂ ਬਹੁਤ ਬਹੁਤ ਵਧਾਈਆਂ। ਹਾਂਜੀ, ਤੁਹਾਨੂੰ ਜੀ ਬਹੁਤੀਆਂ ਬਹੁਤੀਆਂ। ਹਾਂਜੀ ਭਾਜੀ, ਇਹ ਸਾਡੀ ਗੱਲਬਾਤ ਦਾ ਵਿਸ਼ਾ ਵੀ ਇਹੀ ਹੈ। ਸੰਗਰੂਰ ਜ਼ਿਮਨੀ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਤੀਜੇ ਆਏ ਹੋ, ਤੁਸੀਂ ਇੱਕ ਸਿੱਖ ਚਿੰਤਕ ਹੋਣ ਦੇ ਨਾਤੇ ਤੇ ਪੰਜਾਬ ਦੀ ਧਰਤੀ ਤੋਂ ਦੂਰ ਬੈਠੇ ਹੋਣ ਤੇ ਇਸ ਜਿੱਤ ਨੂੰ ਕਿਵੇਂ ਦੇਖਦੇ ਹੋ, ਕਿਵੇਂ ਮਹਿਸੂਸ ਕਰਦੇ ਹੋ? ਦੇਖੋ, ਮੈਂ ਸਮਝਦਾ ਕਿ ਜਿੱਤ ਇਤਿਹਾਸਕ ਹੈ। ਇਤਿਹਾਸਕ ਇਸ ਕਰਕੇ ਹੈ ਕਿ ਸਿੱਖਾਂ ਦੇ ਸੰਘਰਸ਼ ਦੇ ਵਿੱਚ ਬਹੁਤ ਲੰਮੀ ਖੜੋਤ ਆਈ ਹੋਈ ਸੀ, ਤੇ ਉਸ ਖੜੋਤ ਦੇ ਦੌਰਾਨ ਸਿੱਖਾਂ ਨੂੰ ਜਿੱਤ ਘੱਟ ਹੀ ਨਸੀਬ ਹੁੰਦੀ ਸੀ। ਇਹ ਗੱਲ ਨਹੀਂ ਕਿ ਸਿੱਖਾਂ ਨੇ ਸੰਘਰਸ਼ ਲੜੇ ਨਹੀਂ, ਸੰਘਰਸ਼ ਬਹੁਤ ਲੜੇ ਆ। ਸਰਸੇਵਾਲੇ ਦੇ ਖਿਲਾਫ ਤੋਂ ਲੈ ਕੇ ਭਾਈ ਰਾਜੋਆਣੇ ਦੀ ਫਾਂਸੀ ਦੇ ਖਿਲਾਫ, ਬੇਅਦਬੀ ਦੇ ਖਿਲਾਫ ਸੰਘਰਸ਼ ਸਿੱਖਾਂ ਨੇ ਲੜੇ ਆ, ਪਰ ਕਦੇ ਜਿੱਤ ਨਸੀਬ ਨਹੀਂ ਹੋਈ। ਇਹ ਪਹਿਲੀ ਵਾਰੀ ਹੈ ਪਿਛਲੇ 20-22 ਸਾਲਾਂ ਦੇ ਵਿੱਚ ਕਿ ਪੰਥ ਦੀ ਝੋਲੀ ਦੇ ਵਿੱਚ ਜਿੱਤ ਪਈ ਹੈ।
ਕੋਈ ਵੀ ਲੜ ਰਹੀ ਧਿਰ, ਕੋਈ ਵੀ ਲੜ ਰਹੀ ਕੌਮ ਆ ਜਿਹੜੀ, ਜਿੱਤ ਉਹਦੇ ਵਾਸਤੇ ਇੱਕ ਕਿਸਮ ਦੀ ਤੁਸੀਂ ਕਹਿ ਲਓ એનર્ਜੀ ਦਾ ਕੰਮ ਕਰਦੀ ਆ, ਉਹਨੂੰ ਐਨਰਜਾਈਜ਼ ਕਰ ਦਿੰਦੀ ਆ, ਉਹਨੂੰ ਹੋਰ ਲੜਨ ਜੋਗਾ ਬਣਾ ਦਿੰਦੀ ਆ। ਸੋ ਇਸ ਸੰਦਰਭ ਤੋਂ ਵੇਖਿਆ ਇਹ ਜਿੱਤ ਹੈ ਜਿਹੜੀ ਉਹ ਸਿੱਖ ਸੰਘਰਸ਼ ਨੂੰ ਹੋਰ ਬਲ ਬਖਸ਼ੂਗੀ। ਹਾਂਜੀ, ਜਿਵੇਂ ਦੇਖਿਆ ਗਿਆ ਕਿ ਨਵੀਂ ਪੀੜ੍ਹੀ, ਨੌਜਵਾਨ ਪੀੜ੍ਹੀ ਹੈ ਜੋ, ਜਿਹੜਾ ਕਿਸੇ ਸਮੇਂ ਕਿਹਾ ਜਾਂਦਾ ਸੀ ਕਿ ਉਹ ਆਪਣੇ ਵਿਰਸੇ ਤੋਂ, ਆਪਣੇ ਸੰਘਰਸ਼ ਤੋਂ ਟੁੱਟ ਚੁੱਕੀ ਹੈ, ਤਾਂ ਦੇਖਿਆ ਜਾਵੇ ਤਾਂ ਪਿਛਲੇ 2-3 ਸਾਲਾਂ ਤੋਂ ਜਿਸ ਪੱਧਰ ਦੀ ਚੇਤਨਤਾ ਆਈ ਆ, ਉਹਨਾਂ ਨੇ ਆਪਣੇ ਦਮ ਤੇ ਸਿਮਰਜੀਤ ਸਿੰਘ ਮਾਨ ਨੂੰ ਜਿਤਾਉਣ ਦੀ ਪੂਰੀ ਵਾਹ ਲਾਈ। ਹਾਲਾਂਕਿ ਪਿਛਲੀ ਵਾਰ ਦੀਪ ਸਿੰਘ ਸਿੱਧੂ ਵੱਲੋਂ ਵੀ ਜਿਵੇਂ ਪ੍ਰਚਾਰ ਕੀਤਾ ਗਿਆ, ਉਦੋਂ ਵੀ ਨੌਜਵਾਨਾਂ ਨੇ ਵੱਧ ਚੜ ਕੇ ਹਿੱਸਾ ਲਿਆ, ਤੇ ਇਸ ਵਾਰ ਵੀ ਦੇਖਿਆ ਕਿ ਉਹ ਆਪ ਦੀਆਂ ਗੱਡੀਆਂ 'ਚ ਆਪ ਤੇਲ ਪਾ ਕੇ ਹਫ਼ਤਾ 2-2 ਹਫ਼ਤੇ ਜਿੰਨਾ ਕਿਸੇ ਕੋ ਸਰਿਆ ਉੱਥੇ ਪ੍ਰਚਾਰ ਕੀਤਾ। ਨਵੀਂ ਪੀੜ੍ਹੀ ਵੱਲੋਂ ਇੱਕਦਮ ਇਸ ਪਾਸੇ ਮੋੜਾ ਕੱਟ ਜਾਣਾ, ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਜਿਹੜਾ ਪੰਜਾਬ ਆ ਨਾ, ਇਹ ਮਰ ਕੇ ਜਿਉਂਦਾ, ਤੇ ਪੰਥ ਆ ਜਿਹੜਾ ਖਾਲਸਾ ਪੰਥ, ਖਾਸ ਕਰਕੇ ਇਹਦੇ ਵਾਸਤੇ ਸਾਡੇ ਪੁਰਾਣੇ ਕਵੀਸ਼ਰ ਢਾਡੀ ਇੱਕ ਸ਼ਬਦ ਵਰਤਦੇ ਹੁੰਦੇ ਸੀ, ਕੁਕਨੂਸ। ਉਹ ਕਹਿੰਦੇ ਸੀ ਖਾਲਸਾ ਪੰਥ ਕੁਕਨੂਸ ਦੀ ਨਿਆਈ ਆ। ਕੁਕਨੂਸ ਇੱਕ ਮਿਥਿਕ ਪੰਛੀ ਆ ਜਿਹਦੀ ਉਮਰ 1000 ਸਾਲ ਹੁੰਦੀ ਆ, ਤੇ 1000 ਸਾਲ ਬਾਅਦ ਉਹ ਲੱਕੜਾਂ ਇਕੱਠੀਆਂ ਕਰਕੇ ਉਹਦੇ ਵਿੱਚ ਬੈਠ ਜਾਂਦਾ ਤੇ ਉਹਨਾਂ ਨੂੰ ਅੱਗ ਲਾ ਲੈਂਦਾ, ਉਹਦੇ ਨਾਲ ਉਹ ਭਸਮ ਹੋ ਜਾਂਦਾ। ਫਿਰ ਉਸ ਰਾਖ ਦੇ ਉੱਤੇ ਮੀਂਹ ਪੈਂਦਾ, ਉਹਦੇ ਵਿੱਚੋਂ ਇੱਕ ਆਂਡਾ ਪੈਦਾ ਹੁੰਦਾ, ਤੇ ਉਸ ਆਂਡੇ ਦੇ ਵਿੱਚੋਂ ਕੁਕਨੂਸ ਪੰਛੀ ਫਿਰ ਜਨਮ ਲੈ ਲੈਂਦਾ। ਸੋ ਇਸੇ ਤਰ੍ਹਾਂ ਪੰਜਾਬ ਦਾ ਮਾਨ ਆ ਜਿਹੜਾ, ਉਹ ਇੰਨਾ ਜ਼ਰਖੇਜ਼ ਹੈ ਕਿ ਵਾਰ-ਵਾਰ ਬਹੁਤ ਵੱਡੀਆਂ ਹਾਰਾਂ ਤੇ ਮਾਰਾਂ ਝੱਲ ਕੇ ਵੀ ਇਹਦੇ ਵਿੱਚੋਂ ਬਗਾਵਤ ਪੁੰਗਰ ਪੈਂਦੀ ਹੈ। ਇਹ ਬਹੁਤ ਵੱਡੀ ਸਾਡੀ ਜਿਹੜੀ ਤਾਕਤ ਹੈ, ਜਿਹੜੀ ਦੁਨੀਆ ਦੇ ਬਹੁਤ ਘੱਟ ਕੌਮਾਂ ਦੇ ਹਿੱਸੇ ਆਈ ਹੈ। ਇੱਥੇ ਮੈਂ ਨੌਜਵਾਨੀ ਦੇ ਸੰਦਰਭ ਦੇ ਵਿੱਚ ਇੱਕ ਗੱਲ ਹੋਰ ਐਡ ਕਰਨੀ ਚਾਹੁੰਦਾ। ਜਦੋਂ ਸਿੱਖ ਸੰਘਰਸ਼ ਆ ਜਿਹੜਾ ਉਹ ਡਾਊਨ ਹੋਇਆ 1993 ਦੇ ਨੇੜੇ, ਉਦੋਂ ਇੰਡੀਆ ਦੀਆਂ ਇੰਟੈਲੀਜੈਂਸ ਏਜੰਸੀਜ਼ ਹੈ, ਉਹਨਾਂ ਨੇ ਇੱਕ ਸਟ੍ਰੈਟਜੀ ਬਣਾਈ ਕਿ ਇਸ ਸੰਘਰਸ਼ ਨੂੰ ਪੱਕੇ ਤੌਰ ਤੇ ਦਬਾਉਣ ਵਾਸਤੇ ਸਾਨੂੰ ਯੂਥ ਦੀ ਸਾਈਕੀ ਆ ਜਿਹੜੀ, ਸਾਈਕਿਕ એનર્ਜੀ ਆ ਜਿਹੜੀ, ਉਹਦੀ ਡਾਇਰੈਕਸ਼ਨ ਚੇਂਜ ਕਰਨੀ ਪਊਗੀ। ਸੋ ਉਹਦੇ ਚੋਂ ਉਹਨਾਂ ਨੇ ਅਖਾੜਾ ਕਲਚਰ ਤੇ ਨਵਾਂ ਜਿਹੜਾ ਪੌਪ ਮਿਊਜ਼ਿਕ ਲੈ ਕੇ ਆਂਦਾ, ਤੇ ਉਹਨਾਂ ਦਾ ਉਹ ਮੂਵ ਆ ਜਿਹੜਾ ਉਹ ਬਹੁਤ ਹੱਦ ਤੱਕ ਕਾਮਯਾਬ ਵੀ ਰਿਹਾ। 20-25 ਸਾਲ ਉਹਨੇ ਪੰਜਾਬ ਦੇ ਵਿੱਚ ਇੱਕ ਇਹੋ ਜਿਹੀ ਕਲਚਰਲ ਅਨਾਰਕੀ ਫੈਲਾਈ ਰੱਖੀ ਕਿ ਨਸ਼ੇ ਤੇ ਹੋਰ ਅਲਾਮਤਾਂ ਜਿਹੜੀਆਂ ਕੰਜ਼ਿਊਮਰਿਜ਼ਮ, ਸੈਕਸ਼ੁਅਲਿਟੀ, ਉਹ ਸਾਰੀਆਂ ਬਹੁਤ ਵੱਧ ਗਈਆਂ। ਪਰ ਹੋਇਆ ਕੀ ਕਿ ਜਿਹੜੀ ਚੀਜ਼ ਨੂੰ ਸਰਕਾਰ ਨੇ ਹਥਿਆਰ ਬਣਾ ਕੇ ਸਾਡੇ ਖਿਲਾਫ ਵਰਤਿਆ ਸੀ, ਉਸੇ ਚੀਜ਼ ਦੇ ਵਿੱਚੋਂ ਬਗਾਵਤ ਪੁੰਗਰੇ ਆਈ। ਤੁਸੀਂ ਖੂਬਸੂਰਤੀ ਵੇਖੋ ਸਿੱਧੂ ਮੂਸੇਵਾਲੇ ਦੇ ਮਾਮਲੇ ਦੇ ਵਿੱਚ, ਖਾਸ ਤੌਰ ਤੇ, ਕਿ ਉਸੇ ਗਾਇਕੀ ਦੇ ਵਿੱਚੋਂ ਬਗਾਵਤ ਪੁੰਗਰੇ ਆਈ, ਤੇ ਹੁਣ ਉਸੇ ਸਰਕਾਰ ਨੂੰ ਗਾਣੇ ਬੈਨ ਕਰਨੇ ਪੈ ਰਹੇ ਆ। ਬਿਲਕੁਲ, ਇਹ ਤੁਹਾਡੀ ਗੱਲ ਜਿਹੜੀ ਆ ਕਾਫੀ ਹੱਦ ਤੱਕ ਸਹੀ ਹੈ। ਆਪਾਂ ਦੇਖਦੇ ਹਾਂ ਕਿ ਸਿੱਧੂ ਮੂਸੇਵਾਲਾ ਦਾ ਜਦੋਂ ਕਿਸਾਨੀ ਅੰਦੋਲਨ ਦੇ ਸਮੇਂ ਪੰਜਾਬ ਗਾਣਾ ਆਉਂਦਾ ਆ, ਉਹਦੇ ਵਿੱਚ ਵੀ ਉਹ ਇੱਕ ਗੱਲ ਕਹਿੰਦੇ ਆ ਕਿ ਭੁੱਲੀ ਨਾ ਸਾਨੂੰ ਵੀ ਲੱਗਦੇ ਬਾਰਡਰ ਦਿੱਲੀਏ ਨਹੀਂ। ਤਾਂ ਇਸ ਚੀਜ਼ ਤੋਂ ਬਹੁਤ ਕੁਝ ਸਪਸ਼ਟ ਹੋ ਗਿਆ ਸੀ ਕਿ ਉਸ ਕਲਾਕਾਰ ਦੀ ਸੋਚਣੀ ਕਿੱਥੋਂ ਤੱਕ ਆ। ਇਸ ਤੋਂ ਇਲਾਵਾ ਹੁਣ ਰੀਸੈਂਟਲੀ ਸ਼੍ਰੀ ਬਰਾੜ ਹੋ ਗਿਆ, ਤਰਸੇਮ ਜੱਸੜ, ਕਲਾਕਾਰਾਂ ਨੇ ਵੀ ਕਾਫੀ ਵੱਡਾ ਰੋਲ ਅਦਾ ਕੀਤਾ ਆ, ਕਿਉਂਕਿ ਜਿੰਨੇ ਵੀ ਸਮਾਜ ਦੇ ਵਿੱਚ ਆਪਾਂ ਕੋਈ ਵੀ ਫੀਲਡ ਇਗਨੋਰ ਕਰਕੇ ਨਹੀਂ ਚੱਲ ਸਕਦੇ, ਭਾਵੇਂ ਅਕੈਡਮਿਕਸ ਹੋਵੇ, ਕਲਚਰਲ ਹੋਵੇ, ਭਾਵੇਂ ਉਹ ਮੇਨ ਸਟ੍ਰੀਮ ਪੋਲੀਟਿਕਸ ਹੋਵੇ, ਰੈਜ਼ਿਸਟੈਂਸ ਪੋਲੀਟਿਕਸ ਹੋਵੇ, ਸਾਰਿਆਂ ਦੇ ਵਿੱਚ ਤੁਹਾਡਾ ਹਾਜ਼ਰ ਰਹਿਣਾ, ਮੀਡੀਆ ਦੇ ਵਿੱਚ, ਸੋਸ਼ਲ ਮੀਡੀਆ, ਹਰ ਥਾਂ ਹਾਜ਼ਰ ਰਹਿਣਾ ਜ਼ਰੂਰੀ ਆ। ਤਾਂ ਮੈਨੂੰ ਲੱਗਦਾ ਕਿ ਅਸੀਂ ਕਲਚਰਲ ਜੋ ਫੀਲਡ ਆ ਉਹਦੇ ਵਿੱਚ ਵੀ ਸਾਡੀ ਗੱਲ ਕਰਨ ਵਾਲੇ ਜਿਹੜੇ ਨੌਜਵਾਨ ਅੱਜ ਬੁਲੰਦੀਆਂ ਦੇ ਨੇ, ਤਾਂ ਇਹ ਇੱਕ ਚੰਗਾ ਸ਼ਗਨ ਆ ਸਾਡੇ ਵਾਸਤੇ। ਉਸ ਤੋਂ ਅਗਲਾ ਸਵਾਲ ਇਹ ਹੈ ਕਿ ਜਿਵੇਂ ਸਰਦਾਰ ਸਿਮਰਜੀਤ ਸਿੰਘ ਮਾਨ ਪਿਛਲੇ ਅਸੀਂ ਕਹਿ ਸਕਦੇ 10 ਹਾਰਾਂ ਉਹਨਾਂ ਨੇ ਲਗਾਤਾਰ ਦੇਖੀਆਂ ਆ, 5 ਲੋਕ ਸਭਾ ਦੀਆਂ, 5 ਵਿਧਾਨ ਸਭਾ ਦੀਆਂ, 3-4 ਦੇ ਕਰੀਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਉਹਨਾਂ ਨੂੰ ਹਾਰ ਨਸੀਬ ਹੋਈ ਆ। ਉਹਨਾਂ ਦਾ ਉਹ ਸਿਰੜ ਜਿਹੜਾ 20-25 ਸਾਲ ਉਹਨਾਂ ਨੇ ਉਹ ਸਿਰੜ ਰੱਖਿਆ, ਤੇ ਅੱਜ ਜਦੋਂ ਉਹ ਜਿੱਤ ਕੇ ਜਾਂਦੇ ਨੇ ਤਾਂ ਦੇਖਣ 'ਚ ਆਉਂਦਾ ਹੈ ਕਿ ਉਹ ਵੀ ਲੋਕ ਜਿਹੜੇ ਕਦੇ ਮਾਡਰਨ ਡੈਮੋਕ੍ਰੇਸੀ ਦੇ ਵਿੱਚ, ਲੋਕਤੰਤਰ ਦੀ, ਜਿਹੜੇ ਵੋਟ ਤੰਤਰ ਦੇ ਵਿੱਚ ਯਕੀਨ ਨਹੀਂ ਰੱਖਦੇ, ਉਹਨਾਂ ਨੇ ਵੀ ਕਿਤੇ ਜਿਹੜੀ ਆ ਇੱਕ ਸੁੱਖ ਦਾ ਸਾਹ ਮਹਿਸੂਸ ਕੀਤਾ ਆ, ਉਹਨਾਂ ਨੇ ਵੀ ਖੁਸ਼ੀ ਪ੍ਰਗਟਾਈ ਆ ਇਸ ਜਿੱਤ ਦੇ ਉੱਪਰ। ਇਸ ਵਰਤਾਰੇ ਨੂੰ ਕਿਵੇਂ ਦੇਖਦੇ ਹੋ? ਦੇਖੋ, ਸਰਦਾਰ ਸਿਮਰਨਜੀਤ ਸਿੰਘ ਮਾਨ ਸਪਿਰਿਟ ਦੀ ਇਨਵਿੰਸੀਬਿਲਿਟੀ ਨੂੰ ਸਿੰਬੋਲਾਈਜ਼ ਕਰਦੇ ਆ। ਸੋ ਉਹ ਕੋਈ ਇੰਡੀਵਿਜੂਅਲ ਨਹੀਂ ਗਾ, ਉਹ ਕੋਈ ਇੱਕ ਵਿਅਕਤੀ ਨਹੀਂ ਗਾ, ਉਹ ਸਾਰੀ ਕੌਮ ਵਾਸਤੇ ਸਿੰਬਲ ਹੈ ਕਿ ਤੁਸੀਂ ਜਿੰਨੇ ਵਾਰੀ ਮਰਜ਼ੀ ਹਾਰੀ ਚੱਲੋ, ਜੋ ਮਰਜ਼ੀ ਹੋਈ ਜਾਵੇ, ਤੁਸੀਂ ਆਪਦਾ ਸਟੈਂਡ ਨਹੀਂ ਬਦਲਣਾ। ਤੇ ਇਸੇ ਹੁਣ ਦੇਖੋ, ਜੇ ਅਸੀਂ 18ਵੀਂ ਸਦੀ ਦਾ ਇਤਿਹਾਸ ਵੇਖੀਏ
ਤੇ 18ਵੀਂ ਸਦੀ ਦਾ ਇਤਿਹਾਸ ਤਾਂ ਸਾਡਾ ਜਿਹੜਾ ਪਿਛਲੇ 100 ਸਾਲ ਦਾ ਇਤਿਹਾਸ ਹੈ ਇਹਦੇ ਨਾਲੋਂ ਕਿਤੇ ਵੱਧ ਖੂਨੀ ਹੈ। ਤੇ 18ਵੀਂ ਸਦੀ 'ਚ ਵੀ ਕਿੰਨਾ ਲੰਮਾ ਸਮਾਂ, ਕਿੰਨੀ ਲੰਮੀ ਤੇ ਖੂਨੀ ਲੜਾਈ ਲੜ ਕੇ ਸਿੱਖਾਂ ਨੂੰ ਰਾਜ ਨਸੀਬ ਹੋਇਆ। ਉਹਦੇ ਮੁਕਾਬਲੇ ਜਿਹੜਾ ਹੁਣ ਸਾਡਾ ਪਿਛਲਾ ਇਤਿਹਾਸ ਹੈ, ਉਹ ਉਹਦੇ ਮੁਕਾਬਲੇ ਘੱਟ ਖੂਨੀ ਹੈ ਇਹ ਵੀ ਬਹੁਤ, ਪਰ ਉਹਦੇ ਮੁਕਾਬਲੇ ਨਹੀਂ। ਸੋ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਉਹ ਸਪਿਰਿਟ ਹੈ ਜਿਹੜੀ ਪੁਰਾਣੀ, ਉਹ ਮਾਨ ਸਾਹਿਬ ਨੇ ਜਿਉਂ ਕੇ ਵਿਖਾਈ ਹੈ। ਤੇ ਇਸੇ ਕਰਕੇ ਜਿਹੜੇ ਬੰਦੇ ਇਲੈਕਟੋਰਲ ਪੋਲਿਟਿਕਸ ਦੇ ਵਿੱਚ ਯਕੀਨ ਨਹੀਂ ਰੱਖਦੇ, ਉਹਨਾਂ ਨੇ ਵੀ ਇਸ ਗੱਲ, ਇਹ ਉਹਨਾਂ ਦੀ ਜਿੱਤ ਦੀ ਖੁਸ਼ੀ ਮਨਾਈ ਹੈ ਤੇ ਇਹ ਮੈਚਿਓਰਟੀ ਹੈ। ਮੈਂ ਕਹਿੰਦਾ ਵੀ ਸਭ ਤੋਂ ਵੱਡੀ ਡਿਵੈਲਪਮੈਂਟ ਸਿੱਖ ਪੋਲਿਟਿਕਸ ਦੇ ਵਿੱਚ ਇਹ ਹੋਈ ਹੈ ਕਿ ਸਿੱਖਾਂ ਨੇ ਕਾਮਰੇਡਾਂ ਵਾਂਗੂ ਇੱਕ ਆਈਡੀਓਲੋਜੀਕਲ ਨੈਰੋਨੈਸ ਦੇ ਵਿੱਚ ਦੀ ਸੋਚਣਾ ਛੱਡਤਾ। ਜਦੋਂ ਤੁਸੀਂ ਲੜ ਰਹੇ ਹੁੰਦੇ ਆ, ਹਰ ਸਿਚੁਏਸ਼ਨ, ਹਰ ਜਿਹੜੀ ਚੀਜ਼, ਹਰ ਕਦਮ ਹੈ ਜਿਹੜਾ, ਉਹਨੂੰ ਇੱਕ ਟੈਕਟਿਕ ਵਜੋਂ ਵਰਤੋ, ਉਹਨੂੰ ਇੱਕ ਟੈਕਟਿਕ ਵਜੋਂ ਵੇਖੋ ਕਿ ਇਹਨੂੰ ਤੁਸੀਂ ਆਪਦੇ ਹੱਕ ਦੇ ਵਿੱਚ ਆਪਦੀ ਲੜਾਈ ਅੱਗੇ ਵਧਾਉਣ ਵਾਸਤੇ ਵਰਤ ਸਕਦੇ ਆ ਜਾਂ ਨਹੀਂ ਵਰਤ ਸਕਦੇ। ਜੇ ਤੁਸੀਂ ਵੋਟਾਂ ਨੂੰ ਵਰਤ ਸਕਦੇ ਆ ਤੇ ਤੁਸੀਂ ਵੋਟਾਂ ਨੂੰ ਵਰਤੋ, ਜੇ ਤੁਹਾਡਾ ਸੰਘਰਸ਼ ਉਹਦੇ ਨਾਲ ਅੱਗੇ ਵੱਧਦਾ। ਇਹਦੇ ਨਾਲ ਡੈਮੋਕ੍ਰੈਟਿਕ ਸਿਸਟਮ ਦੀ ਵੈਲੀਡੇਸ਼ਨ ਨਹੀਂ ਹੋ ਜਾਂਦੀ, ਉਹਨੂੰ ਐਜ਼ ਅ ਟੈਕਟਿਕ ਵਰਤਣ ਵਜੋਂ। ਮੈਂ ਇਹ ਹਮੇਸ਼ਾ ਉਦਾਹਰਨ ਦਿੰਦਾ ਕਿ ਜਿਹੜੀ ਮਾਡਰਨ ਟੈਕਨੋਲੋਜੀ ਹੈ ਉਹ ਬਹੁਤ ਪ੍ਰੋਬਲਮੈਟਿਕ ਚੀਜ਼ ਆ। ਹੁਣ ਕਲਾਈਮੇਟ ਚੇਂਜ ਹੋਰ ਬਹੁਤ ਨੁਕਸਾਨ ਕੀਤਾ, ਪਰ ਜਿਹੜੀਆਂ ਲੜ ਰਹੀਆਂ ਕੌਮਾਂ ਹੈ ਉਹਨਾਂ ਕੋਲੇ ਲਗਜ਼ਰੀ ਥੋੜੀ ਆ ਉਹ ਮਾਡਰਨ ਟੈਕਨੋਲੋਜੀ ਨੂੰ ਨੋ ਕਹਿ ਦੇਣ, ਉਹ ਮੋਟਰਸਾਈਕਲ, ਕਾਰਾਂ ਨਾ ਵਰਤਣ, ਫੋਨ ਨਾ ਵਰਤਣ, ਸੋਸ਼ਲ ਮੀਡੀਆ ਨਾ ਵਰਤਣ। ਭਾਵੇਂ ਐਂਡ ਆਫ ਦੀ ਡੇ ਚੀਜ਼ਾਂ ਬਹੁਤ ਨੁਕਸਾਨਦਾਇਕ ਆ, ਪਰ ਸਾਨੂੰ ਇਹ ਵਰਤਣੀਆਂ ਹੀ ਪੈਣੀਆਂ ਕਿਉਂਕਿ ਸਾਡੇ ਕੋਲ ਇਹ ਲਗਜ਼ਰੀ ਨਹੀਂ ਗੀ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਨਾ ਕਹਿ ਸਕੀਏ। ਸੋ ਮੈਂ ਕਹਿੰਦਾ ਵੀ ਇਹ ਬਹੁਤ ਹੀ ਵਧੀਆ ਡਿਵੈਲਪਮੈਂਟ ਹੋਈ ਹੈ ਕਿ ਪੰਥ ਦਾ ਇੱਕ ਬਹੁਤ ਵੱਡਾ ਹਿੱਸਾ ਜਿਹਦਾ ਵੋਟਾਂ ਦੇ ਵਿੱਚ ਯਕੀਨ ਨਹੀਂ ਗਾ, ਪਰ ਉਹਦੇ ਬਾਵਜੂਦ ਵੀ ਉਹ ਇਹ ਗੱਲ ਸਮਝਣ ਲੱਗ ਗਿਆ ਕਿ ਸਾਨੂੰ, ਜੇ ਸਰਦਾਰ ਮਾਨ ਵਰਗਾ ਲੀਡਰ ਵੋਟਾਂ ਦੇ ਵਿੱਚ ਖੜਾ ਹੁੰਦਾ, ਉਹਨਾਂ ਦੀ ਸਪੋਰਟ ਵੀ ਕਰਨੀ ਚਾਹੀਦੀ ਹੈ ਤੇ ਉਹਨਾਂ ਦੀ ਜਿੱਤ ਨੂੰ ਸੈਲੀਬ੍ਰੇਟ ਵੀ ਕਰਨਾ ਚਾਹੀਦਾ। ਬਿਲਕੁਲ। ਇਹ ਸੱਚਾਈ ਵੀ ਹੈ ਕਿ ਆਪਾਂ ਵੋਟ ਤੰਤਰ ਤੇ ਬੇਸ਼ੱਕ ਯਕੀਨ ਨਾ ਰੱਖੀਏ, ਪਰ ਸਾਡੇ ਕੋਲ ਫਿਲਹਾਲ ਉਸ ਦਾ ਬਦਲ ਦੇਣ ਦੀ ਵੀ ਕੋਈ ਸਮਰੱਥਾ ਨਹੀਂ ਹੈ। ਤੇ ਫਿਲਹਾਲ ਪੰਥ ਉਸ ਪੋਜੀਸ਼ਨ 'ਚ ਵੀ ਨਹੀਂ ਹੈ ਕਿ ਵੋਟਾਂ ਤੋਂ ਇਲਾਵਾ ਕਿਸੇ ਹੋਰ ਤਰ੍ਹਾਂ ਦਾ ਸੰਘਰਸ਼ ਫੁੱਲ ਟਾਈਮ ਵਿੱਢ ਸਕੇ ਇਸ ਹਕੂਮਤ ਤੋਂ ਆਪਣੇ ਹੱਕ ਲੈਣ ਵਾਸਤੇ। ਇਸ ਲਈ ਮੈਨੂੰ ਲੱਗਦਾ ਕਿ ਉਸ ਚੀਜ਼ ਨੂੰ ਵੱਡੇ ਸੈਕਸ਼ਨ ਨੇ ਸਮਝਿਆ ਆ ਤੇ ਇਸ ਜਿੱਤ ਦੀ ਖੁਸ਼ੀ ਪੰਜਾਬ ਦੇ ਪਿੰਡਾਂ ਤੱਕ ਮਹਿਸੂਸ ਕੀਤੀ ਗਈ ਆ। ਪਿੰਡਾਂ ਦੇ ਲੋਕਾਂ ਦੀ ਆਮ ਬੋਲਚਾਲ ਦੀ, ਆਮ ਗੱਲਬਾਤ ਦੇ ਵਿੱਚ ਵੀ ਇਸ ਚੀਜ਼ ਦਾ ਜ਼ਿਕਰ ਆਇਆ ਕਿ ਸਰਦਾਰ ਮਾਨ ਦੀ ਜਿਹੜੀ ਜਿੱਤ ਹੋਈ ਆ ਉਹ ਇੱਕ ਚੰਗਾ ਸ਼ਗਨ ਆ ਪੰਜਾਬ ਵਾਸਤੇ। ਦੇਖੋ, ਪਿੰਡਾਂ ਤੱਕ ਨਹੀਂ, ਸਾਰੀ ਦੁਨੀਆ ਦੇ ਵਿੱਚ ਮਹਿਸੂਸ ਕੀਤੀ ਗਈ ਹੈ। ਹੁਣ ਇਹਦੇ ਸਰੀ ਦੇ ਵਿੱਚ ਜਿੱਤ ਦੀ ਖੁਸ਼ੀ ਦੇ ਵਿੱਚ 2 ਸਮਾਗਮ ਹੋ ਗਏ, ਇੱਕ ਕੱਲ ਸ਼ਾਮ ਨੂੰ, ਇੱਕ ਅੱਜ ਸ਼ਾਮ ਨੂੰ। ਸੋ ਆਪ ਮੁਹਾਰੇ ਸਮਾਗਮ ਹੋ ਰਹੇ ਆ। ਸੋ ਸਾਰੀ ਦੁਨੀਆ ਦੇ ਵਿੱਚ ਹੀ ਇਹ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ। ਬਿਲਕੁਲ। ਜਿੱਥੇ ਭਾਰਤੀ ਮੀਡੀਆ ਤੇ ਸੋਸ਼ਲ ਮੀਡੀਆ ਦੇ ਉੱਪਰ ਆਪਾਂ ਦੇਖਿਆ, ਟਵਿੱਟਰ ਦੇ ਉੱਤੇ ਖਾਲਿਸਤਾਨ ਟ੍ਰੈਂਡਿੰਗ 'ਚ ਰਿਹਾ, ਸੰਗਰੂਰ ਟ੍ਰੈਂਡਿੰਗ 'ਚ ਰਿਹਾ, ਸਿਮਰਨਜੀਤ ਸਿੰਘ ਮਾਨ ਟ੍ਰੈਂਡਿੰਗ 'ਚ ਰਹੇ। ਉੱਥੇ ਭਾਰਤ ਤੋਂ ਇਲਾਵਾ ਖਾੜੀ ਦੇ ਮੁਲਕਾਂ ਦੇ ਵਿੱਚ ਤੇ ਕੁਝ ਯੂਰੋਪੀਅਨ ਕੰਟਰੀਜ਼ ਦੇ ਵਿੱਚ ਵੀ ਟਵਿੱਟਰ ਦੇ ਵਿੱਚ ਪੋਲਿਟਿਕਸ ਸੈਕਸ਼ਨ ਦੇ ਵਿੱਚ ਪੰਜਾਬ ਟ੍ਰੈਂਡਿੰਗ 'ਚ ਰਿਹਾ। ਮਤਲਬ ਕਿ ਇਸ ਚੀਜ਼ ਦਾ ਚਰਚਾ ਦੁਨੀਆ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਹੋਈ ਆ। ਜੋ ਇਸ ਸਮੇਂ ਕੌਮਾਂਤਰੀ ਹਾਲਾਤ ਬਣ ਰਹੇ ਨੇ, ਖਾਸ ਕਰਕੇ ਦੱਖਣ ਏਸ਼ੀਆ ਦਾ ਇਹ ਖਿੱਤਾ ਆ, ਜੋ ਜਿਵੇਂ ਦੀਆਂ ਇੱਥੇ ਵੋਲੇਟਾਈਲ ਸਿਚੁਏਸ਼ਨ ਆ, ਰੋਜ਼ ਕੁਛ ਨਾ ਕੁਛ ਅਜਿਹਾ ਵਾਪਰਦਾ ਆ। ਤੇ ਇਹਦੇ ਬਾਰੇ ਕੁਝ ਵੱਡੇ ਜਿਹੜੇ ਲੀਡਰ ਨੇ, ਜਿੱਥੋਂ ਤੱਕ ਆਪਾਂ ਕਹਿ ਸਕਦੇ ਹਾਂ ਅਮਰੀਕਾ ਦੇ ਰਾਸ਼ਟਰਪਤੀ ਤੱਕ ਦੇ ਬਿਆਨ ਆਪਾਂ ਜਦੋਂ ਪੜ੍ਹਦੇ ਹਾਂ ਦੱਖਣੀ ਏਸ਼ੀਆ ਬਾਰੇ, ਤਾਂ ਅਜਿਹੇ ਹਾਲਾਤਾਂ ਦੇ ਵਿੱਚ ਸਿੱਖ ਕੌਮ ਜਿਹੜੀ ਇੱਕ ਵੱਡੀ ਕਹਿ ਸਕਦੇ ਹਾਂ ਕਿ ਪੋਟੈਂਸ਼ੀਅਲ ਰੱਖਦੀ ਹੈ ਇੱਕ ਆਰਮਡ ਫੋਰਸ ਖੜੀ ਕਰਨ ਦਾ, ਜਾਂ ਇੱਕ ਆਰਮਡ ਫੋਰਸ ਰਹੀ ਆ, ਤਾਂ ਉਹਨਾਂ ਦੇ ਵਿੱਚ ਇੱਕ ਕਹਿ ਸਕਦੇ ਕਿ ਅਨਕੰਟੈਸਟਡ ਲੀਡਰ ਸਿਮਰਜੀਤ ਸਿੰਘ ਮਾਨ ਆ। ਉਹਨਾਂ ਦਾ ਇਵੇਂ ਉਭਾਰ ਹੋਣਾ ਸਿੱਖਾਂ ਵਾਸਤੇ ਇਹ ਕਿੱਥੋਂ ਤੱਕ ਜਿਹੜਾ ਹੈ ਕਿ ਫਾਇਦੇਮੰਦ ਹੋ ਸਕਦਾ? ਦੇਖੋ, ਕੋਈ ਵੀ ਕੌਮ ਆ ਜਿਹੜੀ ਜਦੋਂ ਉਹ ਲੀਡਰਲੈਸ ਹੋ ਜਾਂਦੀ ਆ, ਜਦੋਂ ਉਹਦੇ ਕੋਲੇ ਕੋਈ ਆਗੂ ਨਹੀਂ ਹੁੰਦਾ, ਤੇ ਉਹ ਕੌਮ ਦਾ ਸੰਘਰਸ਼ ਆ ਜਿਹੜਾ ਉਹ ਕਿਸੇ ਤਣ ਪੱਤਨ ਨਹੀਂ ਲੱਗ ਸਕਦਾ। ਜਿਵੇਂ ਸ਼ਾਹ ਮੁਹੰਮਦ ਦੀਆਂ ਲਾਈਨਾਂ, ਸ਼ਾਹ ਮੁਹੰਮਦ ਆ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਸੋ 1984 ਤੋਂ ਬਾਅਦ ਚੱਲੀ ਜਿਹੜੀ ਖਾਲਿਸਤਾਨ ਦੀ ਲਹਿਰ ਹੈ, ਉਹ ਵੀ ਇੱਕ ਆਗੂ ਦੇ ਥੱਲੇ ਨਹੀਂ ਲੜੀ ਗਈ। ਇਸੇ ਕਰਕੇ ਉਹ ਲਹਿਰ ਦਾ ਜਿੰਨਾ ਪੋਟੈਂਸ਼ੀਅਲ ਸੀ ਉਹਦੇ 'ਚ, ਉਹਨਾਂ ਪੋਟੈਂਸ਼ੀਅਲ ਰੀਅਲਾਈਜ਼ ਨਹੀਂ ਹੋ ਸਕਿਆ। ਸੋ ਉਹਦਾ ਕਾਰਨ ਕੀ ਸੀਗਾ? ਸੋ ਦਹਾਕਿਆਂ ਬਾਅਦ ਕੋਲੈਕਟਿਵਲੀ ਪੰਥ ਇਹ ਰੀਅਲਾਈਜ਼ ਕਰ ਰਿਹਾ ਕਿ ਸਾਨੂੰ ਇੱਕ ਲੀਡਰ ਚਾਹੀਦਾ, ਤੇ ਉਹ ਲੀਡਰ ਨੂੰ ਸਰਦਾਰ ਮਾਨ ਦੇ ਵਿੱਚੋਂ ਵੇਖ ਰਹੇ ਆ। ਸੋ ਇਹਦੇ ਨਾਲ ਕੀ ਹੈ ਵੀ
ਇੱਕ ਗੱਲ ਇਹ ਹੁੰਦੀ ਆ ਵੀ ਇਹਦੇ ਨਾਲ ਮਾਨ ਸਾਹਿਬ ਦੀ ਜ਼ਿੰਮੇਵਾਰੀ ਬਹੁਤ ਵੱਧ ਗਈ। ਸੋ ਹੁਣ ਉਹਨਾਂ ਤੋਂ ਐਕਸਪੈਕਟੇਸ਼ਨਸ ਬਹੁਤ ਵੱਧ ਗਈਆਂ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ 2 ਗੱਲਾਂ ਸਾਨੂੰ ਵੇਖਣੀਆਂ ਪੈਣੀਆਂ। ਪਹਿਲੀ ਇਹ ਕਿ ਮਾਨ ਸਾਹਿਬ ਇਹ ਜ਼ਿੰਮੇਵਾਰੀ ਨੂੰ ਕਿਵੇਂ ਨਿਭਾਉਂਦੇ ਆ ਤੇ ਦੂਜੀ ਇਹ ਕਿ ਅਸੀਂ ਜਿਹੜੇ ਕਿ ਭਾਵੇਂ ਉਹਨਾਂ ਦੀ ਪਾਰਟੀ ਦੇ ਮੈਂਬਰ ਨਹੀਂ ਗੇ ਆਫੀਸ਼ੀਅਲੀ, ਪਰ ਅਸੀਂ ਉਹਨਾਂ ਦਾ ਸਾਥ ਕਿੰਨਾ ਕੁ ਦਿੰਦੇ ਆ। ਜਿਹੜਾ ਗਲੋਬਲ ਸਿੱਖ ਕਮਿਊਨਿਟੀ ਆ ਉਹ ਉਹਨਾਂ ਦਾ ਸਾਥ ਕਿੰਨਾ ਕੁ ਦਿੰਦੀ ਆ, ਕਿਉਂਕਿ ਲੀਡਰ ਇਕੱਲਾ ਤਾਂ ਨਹੀਂ ਨਾ ਕੁਝ ਵੀ ਕਰ ਸਕਦਾ ਹੁੰਦਾ। ਉਹਨੇ ਵੀ ਲੋਕਾਂ ਦੇ ਆਪਦੀ ਕਮਿਊਨਿਟੀ ਦੇ ਸਾਥ ਨਾਲ ਹੀ ਕੁਝ ਕਰ ਸਕਣਾ ਹੁੰਦਾ। ਸੋ ਇਹ ਦੋਵੇਂ ਗੱਲਾਂ ਜਿਹੜੀਆਂ ਉਹ ਵੇਖਣ ਵਾਲੀਆਂ ਆਉਣ ਵਾਲੇ ਸਮੇਂ ਦੇ ਵਿੱਚ, ਤੇ ਇਹੀ ਸਿੱਖ ਰਾਜਨੀਤੀ ਦੀ ਦਿਸ਼ਾ ਨੂੰ ਨਿਰਧਾਰਿਤ ਕਰਨਗੀਆਂ। ਜਿਵੇਂ ਪੰਜਾਬ ਦੇ ਵਿੱਚ ਲੋਕ 2 ਪਾਰਟੀਆਂ ਤੋਂ ਅੱਕੇ ਹੋਏ ਸਨ, ਅਕਾਲੀ, ਬੀਜੇਪੀ ਤੇ ਕਾਂਗਰਸ ਤੋਂ। ਉਹਨਾਂ ਨੇ ਉਹਦੇ ਬਦਲ ਵਜੋਂ ਆਮ ਆਦਮੀ ਪਾਰਟੀ ਜਿਵੇਂ ਲਾਂਚ ਕੀਤੀ ਗਈ ਪੰਜਾਬ ਦੇ ਵਿੱਚ, ਤੇ ਇਸ ਵਾਰ ਉਹ ਬੜੀ ਸਟਰੋਂਗ ਮੈਜੋਰਿਟੀ ਦੇ ਨਾਲ ਸੱਤਾ ਦੇ ਵਿੱਚ ਆਏ ਨੇ। ਤੇ ਪੋਰਟਰੇ ਇਵੇਂ ਕੀਤਾ ਗਿਆ ਕਿ ਪੰਜਾਬ ਦੇ ਮੁੱਦੇ ਗਲੀਆਂ ਨਾਲੀਆਂ ਨੇ, ਪੰਜਾਬ ਦੇ ਮੁੱਦੇ ਵਿਕਾਸ ਨੇ, ਪੰਜਾਬ ਦੇ ਮੁੱਦੇ ਇੰਪਲੋਇਮੈਂਟ ਨੇ। ਪਰ ਇਹ 3 ਮਹੀਨਿਆਂ ਦੇ ਵਿੱਚ ਹੀ ਉਹ ਸਾਰੇ ਕੁਝ ਦਾ ਉੱਤਰ ਜਾਣਾ, ਉਹ ਸਟੇਟ ਵੱਲੋਂ ਐਡਾ ਵੱਡਾ ਨੈਰੇਟਿਵ ਸਿਰਜਿਆ, ਉਹਦਾ ਟੁੱਟ ਜਾਣਾ। ਇੱਥੋਂ ਇਹ ਗੱਲ ਜ਼ਾਹਰ ਹੁੰਦੀ ਹੈ, ਜਿਵੇਂ ਪ੍ਰਭਜੋਤ ਸਿੰਘ ਨਵਾਂਸ਼ਹਿਰ ਵਾਲੇ ਕਹਿੰਦੇ ਹੁੰਦੇ ਕਿ ਤਰੱਕੀ ਕਦੇ ਵੀ ਆਜ਼ਾਦੀ ਦਾ ਬਦਲ ਨਹੀਂ ਹੁੰਦੀ। ਤੇ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਇੰਨੀ ਜਲਦੀ ਪਲਟਾ ਲੋਕ ਕਿਵੇਂ ਖਾ ਗਏ? ਕਿਹੜੇ ਫੈਕਟਰ ਰਹੇ ਜਿਨ੍ਹਾਂ ਨੇ ਲੋਕਾਂ ਨੂੰ ਰੀਅਲਾਈਜ਼ ਕਰਾਇਆ ਕਿ ਇਹ ਸਾਡੇ ਮੁੱਦੇ ਨਹੀਂ, ਇਹ ਮੁੱਦੇ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਪਣੀ ਪਹਿਲੀ ਟਰਮ ਦੇ ਵਿੱਚ ਵੀ ਗਲੀਆਂ ਨਾਲੀਆਂ ਬਣਾਈਆਂ, ਗ੍ਰਾਂਟਾਂ ਲਾਈਆਂ, ਪਰ ਉਹ ਇਸ ਚੀਜ਼ ਦਾ ਜ਼ਿਕਰ ਕਦੇ ਨਹੀਂ ਕਰਦੇ। ਇਸ ਚੀਜ਼ ਨੂੰ ਕਿਵੇਂ ਦੇਖਦੇ? ਦੇਖੋ, ਜਿਹੜੀ ਪੰਜਾਬ ਦੀ ਸਮੱਸਿਆ ਨਾ, ਉਹ ਇੱਕ ਪੰਜਾਬ ਦਾ ਦਿੱਲੀ ਨਾਲ ਫੰਡਾਮੈਂਟਲ ਐਂਟੈਗੋਨਿਜ਼ਮ ਹੈ। ਜਿਹੜੀ ਪੰਜਾਬ ਦੀ ਤਰੱਕੀ ਹੈ ਉਹਦੇ ਰਾਹ ਦੇ ਵਿੱਚ ਸਭ ਤੋਂ ਵੱਡਾ ਰੋੜਾ ਜਿਹੜਾ ਉਹ ਇਹੀ ਐਂਟੈਗੋਨਿਜ਼ਮ ਹੈ। ਜੇ ਜਿਹੜੀ ਸੈਂਟਰਲ ਗਵਰਨਮੈਂਟ ਪੰਜਾਬ ਨਾਲ ਡਿਸਕ੍ਰਿਮੀਨੇਸ਼ਨ ਨਾ ਕਰਦੀ ਹੋਵੇ ਤਾਂ ਪੰਜਾਬ ਦੀ ਇਕਨੋਮੀ ਹੈ ਜਿਹੜੀ ਉਹ ਵਰਲਡ ਦੀਆਂ ਲੀਡਿੰਗ ਇਕਨੋਮੀਜ਼ ਦੇ ਵਿੱਚ ਸ਼ਾਮਲ ਹੋਊਗੀ। ਪੰਜਾਬ ਦੇ ਵਿੱਚ ਇਹ ਪੋਟੈਂਸ਼ੀਅਲ ਹੈ ਕਿ 1 ਕਿੱਲਾ ਜ਼ਮੀਨ ਹੈ ਜਿਹੜੀ ਉਹ ਇੱਕ ਕਿਸਾਨ ਨੂੰ ਸਾਲ ਦੀ 5 ਲੱਖ ਰੁਪਈਆ ਆਮਦਨ ਦੇ ਸਕਦੀ ਹੈ, ਜੇ ਉਹ ਰੋਕਾਂ ਨਾ ਹੋਣ। ਜਿਵੇਂ ਫੋਰ ਐਗਜ਼ਾਮਪਲ ਅੰਮ੍ਰਿਤਸਰ ਏਅਰਪੋਰਟ ਤੋਂ ਜੇ ਕਾਰਗੋ ਫਲਾਈਟਸ ਜਾਂਦੀਆਂ ਹੋਣ, ਪ੍ਰੋਪਰ ਇੱਕ ਸੈਟਅਪ ਹੋਵੇ, ਗਲਫ ਕੰਟਰੀਜ਼ ਦੇ ਵਿੱਚ ਫੂਡ ਦੀ ਇੰਨੀ ਖਪਤ ਹੈ ਤੇ ਉੱਥੇ ਕੁਝ ਪੈਦਾ ਹੁੰਦਾ ਨਹੀਂ ਹੈ। ਇਕਨੋਮੀ ਉਹਨਾਂ ਦੀ ਇੰਨੀ ਅਪ ਹੈ ਕਿ ਹਰ ਚੀਜ਼ ਵੈਸਟ ਨਾਲੋਂ ਵੀ ਮਹਿੰਗੀ ਆ, ਉੱਥੇ ਫੂਡ ਉੱਥੇ ਮਹਿੰਗਾ, ਤੇ ਪੰਜਾਬ ਸਾਰਾ ਰਲ ਕੇ ਵੀ ਉਹਨਾਂ ਮੁਲਕਾਂ ਦੀ ਫੂਡ ਦੀ ਡਿਮਾਂਡ ਆ ਜਿਹੜੀ ਉਹ ਪੂਰੀ ਨਹੀਂ ਕਰ ਸਕਦਾ। ਪਰ ਪ੍ਰੋਬਲਮ ਇਹ ਹੈ ਕਿ ਜਿਹੜੀਆਂ ਫਲਾਈਟਸ ਹੈ ਉਹ ਪੰਜਾਬ ਸਰਕਾਰ ਦੇ ਹੱਥ 'ਚ ਨਹੀਂ, ਉਹ ਤਾਂ ਦਿੱਲੀ ਦੇ ਹੱਥ 'ਚ। ਸੋ ਜੇ ਫਲਾਈਟਸ ਨਹੀਂ ਜਾਣਗੀਆਂ, ਜੇ ਪਹਿਲਾਂ ਇੱਥੋਂ ਟਰੱਕ ਭਰ ਕੇ ਦਿੱਲੀ ਸਮਾਨ ਭੇਜਣਾ, ਫਿਰ ਦਿੱਲੀੋਂ ਉਹ ਗਾਂਹ ਜਾਊਗਾ, ਜਿਹੜਾ ਐਕਸਪੋਰਟ ਇੰਪੋਰਟ ਦਾ ਜਿਹੜਾ ਸਿਸਟਮ ਹੈ ਉਹਦਾ ਲਾਇਸੈਂਸਿੰਗ ਦੀ ਜਿਹੜਾ ਸਟਰਕਚਰ ਹੈ ਉਹ ਇੰਨਾ ਕੰਪਲੈਕਸ ਤੇ ਇੰਨਾ ਕਰਪਟ ਹੈ ਕਿ ਉਹ ਆਮ ਬੰਦੇ ਵਾਸਤੇ ਪੋਸੀਬਲ ਹੀ ਨਹੀਂ। ਉਹਦੇ ਕਰਕੇ ਜਿਹੜੀ ਪੰਜਾਬ ਦੀ ਇਕਨੋਮੀ ਥੱਲੇ ਗਈ ਹੈ। ਸੋ ਗਰੋਥ ਵਾਲੀ ਗੱਲ ਹੈ ਜਿਹੜੀ ਉਹ ਇਹ ਝੂਠ ਮਾਰ ਰਹੇ ਹੈ ਕਿ ਗਰੋਥ ਦੀ ਪ੍ਰੋਬਲਮ, ਜਿਹੜੀ ਤਰੱਕੀ ਦੀ ਪ੍ਰੋਬਲਮ ਹੈ ਜਿਹੜੀ, ਉਹ ਪੰਜਾਬ ਦੀ ਪੋਲਿਟਿਕਸ ਦੀ ਇੰਟਰਨਲ ਪ੍ਰੋਬਲਮ ਹੈ ਕਿ ਕਿਉਂਕਿ ਪੰਜਾਬ ਨੂੰ ਸਰਕਾਰਾਂ ਚੰਗੀਆਂ ਨਹੀਂ ਮਿਲੀਆਂ, ਇਸ ਕਰਕੇ ਪੰਜਾਬ ਦੀ ਤਰੱਕੀ ਨਹੀਂ ਹੋਈ। ਗੱਲ ਅਸਲ 'ਚ ਇਹ ਹੈ ਕਿ ਪੰਜਾਬ ਦਾ ਦਿੱਲੀ ਨਾਲ ਜਿਹੜਾ ਐਂਟੈਗੋਨਿਜ਼ਮ ਹੈ ਉਸ ਕਰਕੇ ਹਰੇਕ ਸੈਂਟਰਲ ਸਰਕਾਰ ਪੰਜਾਬ ਦੀ ਤਰੱਕੀ ਜਾਣਬੁੱਝ ਕੇ ਹੋਣ ਨਹੀਂ ਦਿੰਦੀ। ਮੇਨ ਸਟ੍ਰੀਮ ਪਾਰਟੀਆਂ ਸਣੇ ਆਪ ਦੇ ਉਹ ਇਸ ਗੱਲ ਨੂੰ ਇਕਨੋਲੇਜ ਹੀ ਨਹੀਂ ਕਰਨੀਆਂ ਚਾਹੁੰਦੀਆਂ। ਈਵਨ ਲੈਫਟ ਵੀ ਇਸ ਗੱਲ ਨੂੰ ਇਕਨੋਲੇਜ ਨਹੀਂ ਕਰਨਾ ਚਾਹੁੰਦਾ। ਇਸ ਗੱਲ ਨੂੰ ਸਿਰਫ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਕਨੋਲੇਜ ਕੀਤਾ ਇਲੈਕਟੋਰਲ ਪੋਲਿਟਿਕਸ ਵਾਲੀਆਂ ਪਾਰਟੀਆਂ ਚੋਂ, ਤੇ ਜਿਹੜਾ ਸਿੱਖ ਡਿਸਕੋਰਸ ਚੱਲਿਆ ਪਿਛਲੇ 1-2 ਸਾਲਾਂ ਤੋਂ, ਉਹਦੇ ਵਿੱਚ ਇਹ ਮੇਨ ਗੱਲ ਬਣ ਕੇ ਸਾਹਮਣੇ ਆ ਗਈ। ਹੁਣ ਮੈਂ ਜਦੋਂ ਆਮ ਲੋਕਾਂ ਨਾਲ ਗੱਲ ਕਰੀਦੀ ਹੈ, ਉਹ ਦੱਸ ਰਹੇ ਆ ਵੀ ਮੇਨ ਸਟ੍ਰੀਮ ਪਾਰਟੀਆਂ ਦੇ ਮੈਂਬਰ, ਉਹਨਾਂ ਦੇ ਪਰਿਵਾਰਾਂ ਦੇ ਮੈਂਬਰ, ਮੇਨ ਸਟ੍ਰੀਮ ਪਾਰਟੀਆਂ ਦੇ ਵੱਡੇ, ਕਾਂਗਰਸ ਤੇ ਅਕਾਲੀ ਦਲ, ਬਾਦਲ, ਇਹਨਾਂ ਪਾਰਟੀਆਂ ਦੀ ਮੈਂ ਗੱਲ ਕਰ ਰਿਹਾ, ਇਹਨਾਂ ਵੱਡੀਆਂ ਪਾਰਟੀਆਂ ਦੇ ਲੀਡਰਾਂ ਦੇ ਪਰਿਵਾਰਾਂ ਦੇ ਮੈਂਬਰ ਹੈ ਨਾ ਜਿਹੜੇ, ਉਹ ਇਹ ਗੱਲਾਂ ਕਰ ਰਹੇ ਤੇ ਆਪਦੇ ਸੋਸ਼ਲ ਮੀਡੀਆ ਤੇ ਸਾਂਝੀਆਂ ਕਰ ਰਹੇ ਆ ਦੀਪ ਸਿੱਧੂ ਦੀਆਂ ਤਸਵੀਰਾਂ, ਤੇ ਇਹ ਗੱਲਾਂ ਕਰ ਰਹੇ ਆ ਵੀ ਬੇਸਿਕਲੀ ਪੰਜਾਬ ਦਾ ਸੈਂਟਰਲ ਗਵਰਨਮੈਂਟ ਦੇ ਕੰਟਰੋਲ ਤੋਂ, ਖਹਿੜਾ ਛਡਾਈ ਤੋਂ ਬਿਨਾ ਇਹਦਾ ਕੋਈ ਹੱਲ ਨਹੀਂ ਹੈ। ਆਮ ਆਦਮੀ ਪਾਰਟੀ ਇਹ ਕਦੇ ਵੀ ਐਕਨੋਲੇਜ ਨਹੀਂ ਕਰੂਗੀ। ਬਿਲਕੁਲ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜਿੱਤਣ ਤੋਂ ਬਾਅਦ ਇੱਕ ਬਿਆਨ ਦਿੱਤਾ ਹੈ ਕਿ ਆਪਾਂ ਜਿਵੇਂ ਬੰਗਾਲ ਦਾ, ਨੇਪਾਲ ਦਾ ਬਾਰਡਰ ਖੁੱਲ੍ਹਾ ਆ, ਤਾਂ ਪੱਛਮ ਵੱਲ ਨੂੰ ਬਾਰਡਰ ਖੁੱਲਣ ਦੇ ਵਾਸਤੇ ਮੈਂ ਜ਼ਰੂਰ ਆਪਣੀ ਜਿਹੜੀ ਆ, ਕਿਉਂਕਿ ਉਹ ਆਪਣੀਆਂ ਤਕਰੀਰਾਂ ਦੇ ਵਿੱਚ ਵੀ ਗੱਲ ਆਮ ਤੌਰ ਤੇ ਕਰਦੇ ਨਜ਼ਰ ਆਉਂਦੇ ਨੇ,
ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ? ਪੰਜਾਬ ਦੀ ਤਰੱਕੀ ਦਾ ਜਾਂ ਪੰਜਾਬ ਦੇ ਲੋਕਾਂ ਦਾ ਉਸ ਚੀਜ਼ ਦੇ ਨਾਲ ਕੀ ਸੰਬੰਧ ਹੈ? ਕਿਵੇਂ ਉਹ ਜਿਹੜੀ ਚੀਜ਼ ਮੈਟਰ ਕਰਦੀ ਹੈ ਪੰਜਾਬ ਦੇ ਆਮ ਲੋਕਾਂ ਦੀ ਜ਼ਿੰਦਗੀ ਦੇ ਉੱਪਰ? ਬਾਰਡਰ ਖੁੱਲਣ ਦੇ 3 ਇਫੈਕਟ ਨੇ, 3 ਐਂਗਲ ਨੇ ਉਹਦੇ। ਪਹਿਲਾ ਹੈਗਾ ਇਕਨੋਮਿਕ। ਜਿਹੜਾ ਇਕਨੋਮਿਕ ਐਂਗਲ ਹੈ ਉਹਦੇ ਵਿੱਚ ਅਨਡਾਊਟਡਲੀ ਤੁਸੀਂ ਕਿਸੇ ਵੀ ਇਕੋਨਮੀ ਦੇ ਮਾਹਰ ਨੂੰ ਪੁੱਛ ਲਓ, ਪੰਜਾਬ ਨੂੰ ਫਾਇਦਾ ਹੀ ਫਾਇਦਾ, ਉਹਦਾ ਕੋਈ ਨੁਕਸਾਨ ਨਹੀਂ। ਕਿਉਂਕਿ ਜਿਹੜੀ ਫੂਡ ਪ੍ਰਾਈਸ ਹੈ, ਜਿਵੇਂ ਜਿਵੇਂ ਤੁਸੀਂ ਵੈਸਟ ਨੂੰ ਜਾਈ ਜਾਂਦੇ ਆ, ਡੈਜ਼ਰਟ ਵਧੀ ਜਾਂਦਾ, ਉਵੇਂ ਉਵੇਂ ਫੂਡ ਪ੍ਰਾਈਸਿਸ ਅਪ ਹੋਈ ਜਾਂਦੇ। ਤੇ ਪੰਜਾਬ ਜਿਹੜਾ ਉਹ ਮੋਸਟ ਫਰਟਾਈਲ ਲੈਂਡ ਹੈ ਇਹ ਸਾਰੇ ਖਿੱਤੇ 'ਚ। ਇੰਨਾ ਫਰਟਾਈਲ ਲੈਂਡ ਕਿਤੇ ਵੀ ਹੈ ਨਹੀਂ ਗਾ। ਤੇ ਇੱਥੇ ਖੇਤੀ ਜਿਸ ਪੱਧਰ ਤੇ ਹੁੰਦੀ ਆ, ਹੋਰ ਕਿਸੇ ਖਿੱਤੇ ਦੇ ਵਿੱਚ ਉਸ ਪੱਧਰ ਦੀ ਖੇਤੀ ਨਹੀਂ ਹੁੰਦੀ। ਸੋ ਉਹਦੇ 'ਚ ਪੰਜਾਬ ਦਾ ਫਾਇਦਾ। ਦੂਜਾ ਹੈਗਾ ਕਲਚਰਲ ਐਕਸਚੇਂਜ, ਜਿਹੜੀ ਕਿਉਂਕਿ ਪੰਜਾਬ ਹੈ ਜਿਹੜਾ ਉਹ ਮੇਨਲੈਂਡ ਇੰਡੀਆ ਤੇ ਮਿਡਲ ਈਸਟ ਹੈ ਜਿਹੜਾ ਉਹਦੇ ਵਿਚਾਲੇ ਸਿਚੁਏਟਡ ਸੀ। ਤੇ ਇਸੇ ਕਰਕੇ ਪੰਜਾਬੀ ਬੋਲੀ ਹੈ ਜਿਹੜੀ ਉਹਦੇ ਤੇ ਵੀ ਜੇ ਅਸੀਂ ਝਾਤ ਮਾਰੀਏ ਤੇ ਉਹਦੇ ਵਿੱਚ ਸ਼ਬਦ ਆ ਜਿਹੜੇ ਉਹ ਦੋਵੇਂ ਪਾਸਿਓਂ ਆਉਂਦੇ ਆ। ਸੰਸਕ੍ਰਿਤ ਮੂਲ ਵਾਲੇ ਸ਼ਬਦ ਵੀ ਹੈਗੇ ਆ, ਫਾਰਸੀ, ਅਰਬੀ, ਈਵਨ ਤੁਰਕੀ ਮੂਲ ਵਾਲੇ ਸ਼ਬਦ ਵੀ ਪੰਜਾਬੀ ਦੇ ਵਿੱਚ ਬਹੁਤ ਜ਼ਿਆਦਾ, ਫਾਰਸੀ ਦੇ ਤਾਂ ਬਹੁਤ ਹੀ ਜ਼ਿਆਦਾ। ਸੋ ਉਹ ਕਲਚਰਲ ਐਕਸਚੇਂਜ ਹੈ ਨਾ, ਜਿਹੜੀ ਕਲਚਰਲ ਰਿਚਨੈਸ ਸੀ ਪੰਜਾਬ ਦੀ, ਉਹ ਇਸੇ ਜਿਹੜਾ ਇਨ ਬਿਟਵੀਨ ਸਿਚੁਏਟਡਨੈਸ ਹੈ ਪੰਜਾਬ ਦੀ, ਉਹਦੇ ਕਰਕੇ ਸੀ। 1947 ਤੋਂ ਪਹਿਲਾਂ ਇਹ ਇੱਕ ਲੰਮੀ ਅਨਬ੍ਰੋਕਨ ਟ੍ਰੈਡੀਸ਼ਨ ਤੁਰੀ ਆਉਂਦੀ ਸੀ। ਤੇ 1947 ਦੇ ਵਿੱਚ ਇੱਕਦਮ ਉਹ ਲਾਈਨ ਖਿੱਚੀ ਗਈ ਤੇ ਇੱਕ ਬ੍ਰੇਕ ਪੈ ਗਈ, ਉਹਦੇ ਵਿੱਚ ਤਰੇੜ ਪੈ ਗਈ ਇੱਕ। ਤੇ ਉਸ ਤਰੇੜ ਨਾਲ ਸਾਡਾ ਉਹ ਸਾਰੇ ਦੇ ਸਾਰਾ ਖਿੱਤਾ ਜਿਹੜਾ ਈਰਾਨ ਤੋਂ ਅੱਗੇ ਅਰਬ ਤੱਕ, ਉਹਦੇ ਨਾਲੋਂ ਸੱਭਿਆਚਾਰਕ ਤੌਰ ਤੇ ਅਸੀਂ ਟੁੱਟ ਗਏ। ਤੇ ਉਹਦੇ ਨਾਲ ਸਾਡਾ ਸੱਭਿਆਚਾਰ ਵੀ ਗਰੀਬ ਹੋਇਆ, ਕਿਉਂਕਿ ਪਹਿਲਾਂ ਜਿਹੜੀ ਪੰਜਾਬ ਦੇ ਵਿੱਚ ਫਾਰਸੀ ਬੋਲੀ ਹੈ, ਉਹ ਹਰ ਪੜ੍ਹਿਆ ਲਿਖਿਆ ਬੰਦਾ ਜਿਹੜਾ ਮੰਨਿਆ ਜਾਂਦਾ ਸੀ, ਉਹਨੂੰ ਫਾਰਸੀ ਬੋਲੀ ਆਉਂਦੀ ਹੁੰਦੀ ਸੀ। ਤੇ ਸਿੱਖ ਹਿਸਟਰੀ ਤੇ ਜੇ ਤੁਸੀਂ ਅੱਜ ਵੀ ਰਿਸਰਚ ਕਰਨੀ ਹੈ, ਤੁਸੀਂ ਫਾਰਸੀ ਤੋਂ ਬਿਨਾਂ ਕਰ ਨਹੀਂ ਸਕਦੇ। ਪਰ ਅੱਜ ਫਾਰਸੀ ਆ ਜਿਹੜੀ ਉਹਦਾ ਪੰਜਾਬ ਦੇ ਵਿੱਚ ਸਥਾਨ ਬਹੁਤ ਹੀ ਜ਼ਿਆਦਾ ਮਾਰਜੀਨਲ ਬਣ ਗਿਆ। ਕਿਸੇ ਵੇਲੇ ਉਹ ਬਹੁਤ ਪ੍ਰੋਮੀਨੈਂਟ ਥਾਂ ਹੁੰਦਾ ਸੀ। ਸੋ ਇੱਕ ਇਹ ਸਾਨੂੰ ਪਿਆ ਜਿਹੜਾ ਘਾਟਾ, ਉਹ ਕਲਚਰਲ ਪਿਆ। ਪਹਿਲਾ ਪਿਆ ਸੀਗਾ ਜਿਹੜਾ ਉਹ ਇਕਨੋਮਿਕ ਘਾਟਾ ਪਿਆ ਸੀ। ਹਾਂਜੀ। ਹਾਂਜੀ, ਇਸ ਤੋਂ ਅਗਲਾ ਮੇਰਾ ਸਵਾਲ ਆ, ਜਿਵੇਂ ਪਿਛਲੀ ਵਾਰ ਸਰਦਾਰ ਮਾਨ ਲੋਕ ਸਭਾ ਦੇ ਮੈਂਬਰ ਸਨ ਸੰਗਰੂਰ ਤੋਂ 99 ਤੋਂ 2004 ਤੱਕ, ਉਸ ਸਮੇਂ ਦੌਰਾਨ ਗੁਜਰਾਤ ਦੇ ਵਿੱਚ ਕਤਲੇਆਮ ਹੁੰਦਾ ਆ, ਤਾਂ ਇੱਕ ਮੈਨੂੰ ਲੱਗਦਾ ਕਿ ਇੱਕੋ ਇੱਕ ਲੀਡਰ ਜਿਹੜੇ ਸਾਰੇ ਹਿੰਦੁਸਤਾਨ 'ਚ ਯੁਰਤ ਕੀਤੀ ਮੁਸਲਮਾਨ ਕਮਿਊਨਿਟੀ ਦੇ ਹੱਕ 'ਚ ਤੁਰਨ ਦੀ, ਤਾਂ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਸਨ। ਇਸ ਸਮੇਂ ਉਹ ਪਾਰਟੀ ਜਿਨਨੇ ਗੁਜਰਾਤ 'ਚ ਕਤਲੇਆਮ ਕੀਤਾ ਸੀ, ਉਹ ਇਸ ਦੇਸ਼ ਦੇ ਉੱਪਰ ਬੜੀ ਸਟਰੋਂਗ ਕਹਿ ਸਕਦੇ ਆ ਕਿ ਪੋਜੀਸ਼ਨ ਦੇ ਵਿੱਚ ਕਾਬਜ ਆ, ਤੇ ਉਹਨਾਂ ਦਾ ਹਿੰਦੂਤਵਾ ਵਾਲਾ ਏਜੰਡਾ ਜਿਹੜਾ ਆਪਣੇ ਪੂਰੇ ਜ਼ੋਰਾਂ ਤੇ ਆ। ਤੇ ਉਹਨਾਂ ਦੇ ਅੰਦਰ ਇਹ ਵੀ ਗੱਲ ਚੱਲ ਰਹੀ ਹੈ ਕਿ ਕਦੋਂ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਜਿਹੜਾ ਆ ਡਿਕਲੇਅਰ ਕੀਤਾ ਜਾਵੇ। ਇਹਨਾਂ ਸਮਿਆਂ ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਦੁਬਾਰਾ ਜਿੱਤ ਹੋਣੀ, ਇਹ ਭਵਿੱਖ ਦੇ ਵਿੱਚ ਕੀ ਵਾਪਰ ਸਕਦਾ? ਇਹਦੇ ਵੀ ਇਹਨਾਂ ਦੋਵਾਂ ਦੇ ਵਿੱਚ ਕੋਈ ਕਲੈਸ਼ ਹੋਵੇ ਜਾਂ ਕੋਈ ਨਵੀਂ ਰਾਜਨੀਤੀ ਖੜੀ ਹੋਵੇ, ਇਹਦੇ ਬਾਰੇ ਦੇਖੋ, ਇੰਡੀਆ ਦੇ ਵਿੱਚ ਇੱਕ ਲਹਿਰ ਚੱਲ ਰਹੀ ਹੈ ਐਂਟੀ ਹਿੰਦੂ ਫਾਸ਼ਿਜ਼ਮ। ਹਿੰਦੂ ਫਾਸ਼ੀਵਾਦ ਦੇ ਅਗੇਂਸਟ ਇੱਕ ਲਹਿਰ ਚੱਲ ਰਹੀ ਹੈ ਇੰਡੀਆ ਦੇ ਵਿੱਚ। ਉਸ ਲਹਿਰ ਦੇ ਵਿੱਚ 2-3 ਧਿਰਾਂ ਨੇ। ਇੱਕ ਧਿਰ ਹੈ ਮੁਸਲਮਾਨ, ਇੱਕ ਪਾਸੇ ਕਸ਼ਮੀਰੀ ਮੁਸਲਮਾਨ ਹੈ, ਇੱਕ ਪਾਸੇ ਬਾਕੀ ਭਾਰਤ ਦੇ ਮੁਸਲਮਾਨ ਹੈ। ਦੂਜੇ ਪਾਸੇ ਆ ਲੈਫਟ ਪਾਰਟੀਆਂ ਤੇ ਤੀਜੇ ਪਾਸੇ ਹੈਗੇ ਆ ਸਿੱਖ। ਜਿਹੜੀ ਲੈਫਟ ਪਾਰਟੀਆਂ ਦੀ ਪੋਲੀਟਿਕਸ ਹੈ, ਲੈਫਟ ਦੀ ਐਂਟੀ ਬੀਜੇਪੀ ਪੋਲੀਟਿਕਸ ਹੈ ਜਿਹੜੀ, ਉਹਦੇ ਵਿੱਚ ਨਾ ਪਿਛਲੇ ਸਮੇਂ ਦੇ ਵਿੱਚ ਖਾਸ ਕਰਕੇ ਮੁਸਲਮਾਨਾਂ ਵੱਲੋਂ ਉਹਦੀਆਂ ਚਲਾਕੀਆਂ ਨੂੰ ਐਕਸਪੋਜ਼ ਕੀਤਾ ਗਿਆ ਕਿ ਕਿਵੇਂ ਇਹ ਮੁਸਲਮਾਨਾਂ ਦੀ ਪੇਨ ਨੂੰ ਵਰਤ ਕੇ ਉਹਨਾਂ ਨੂੰ ਇੰਡੀਅਨ ਨੈਸ਼ਨਲਿਜ਼ਮ ਦੇ ਫੋਲਡ ਦੇ ਵਿੱਚ ਲਿਆਉਣਾ ਚਾਹੁੰਦੇ ਆ। ਇਹ ਜਿਹੜੀ ਦਿੱਲੀ ਪ੍ਰੋਟੈਸਟ ਹੋਈ ਸੀ, ਉਹਦੇ 'ਚ ਵੀ ਇਹ ਬਹੁਤ ਕਲੀਅਰਲੀ ਸਾਹਮਣੇ ਆਈ ਗੱਲ। ਉਮਰ ਖਾਲਿਦ ਹੋਣ ਵਾਲੇ ਕੇਸ ਦੇ ਵਿੱਚ ਵੀ ਇਹ ਗੱਲ ਸਾਹਮਣੇ ਆਈ। ਸੋ ਕੇਸ ਦੇਖ ਸਕਦੇ ਆ ਆਪਾਂ। ਬਿਲਕੁਲ, ਹਾਂਜੀ। ਸੋ ਮੁਸਲਮਾਨਾਂ ਦਾ ਵੀ ਇੱਕ ਵੱਡਾ ਹਿੱਸਾ ਜਿਹੜਾ ਉਹ ਇਹ ਸਮਝਣ ਲੱਗ ਗਿਆ ਕਿ ਲੈਫਟ ਨਾਲ ਅਲਾਈਨ ਕਰਨਾ ਜਿਹੜਾ ਉਹ ਬੇਸਿਕਲੀ ਇੱਕ ਲੁੱਟੇ ਜਾਣ, ਠੱਗੇ ਜਾਣ ਵਾਲੀ ਗੱਲ ਹੈ, ਕਿਉਂਕਿ ਅਲਟੀਮੇਟਲੀ ਇਹਨਾਂ ਨੇ ਸਾਨੂੰ ਇੰਡੀਅਨ ਨੈਸ਼ਨਲਿਜ਼ਮ ਦੇ ਫੋਲਡ ਦੇ ਵਿੱਚ ਹੀ ਲੈ ਕੇ ਆਉਣਾ, ਇਹਨਾਂ ਦਾ ਨਿਸ਼ਾਨਾ ਹੈ। ਤੇ ਇਹਨਾਂ ਦਾ ਇੰਡੀਅਨ ਨੈਸ਼ਨਲਿਜ਼ਮ ਕੀ ਹੈ ਵੀ ਜੇ ਬੀਜੇਪੀ ਦੀ ਥਾਂ ਤੇ ਕਾਂਗਰਸ ਹੋਵੇ ਤਾਂ ਸਾਰਾ ਕੁਝ ਠੀਕ ਹੈ। ਪਰ ਮੁਸਲਮਾਨ ਇਹ ਜਾਣਦੇ ਆ ਕਿ ਕਾਂਗਰਸ ਦੇ ਅੰਡਰ ਵੀ ਉਹਨਾਂ ਦਾ ਉਨਾ ਹੀ ਘਾਣ ਹੁੰਦਾ ਜਿੰਨਾ ਬੀਜੇਪੀ ਦੇ ਅੰਡਰ ਹੁੰਦਾ। ਜੇ ਤੁਸੀਂ ਕਸ਼ਮੀਰ ਦਾ ਡਾਟਾ ਕੱਢ ਲਓ,
ਜਿਹੜੀ ਪਿਛਲੇ 10 ਸਾਲ ਕਾਂਗਰਸ ਦੀ ਸਰਕਾਰ ਰਹੀ ਹੈ ਉਹਦੇ 'ਚ ਮੁਸਲਮਾਨਾਂ ਦਾ ਘਾਣ ਕਿਤੇ ਘੱਟ ਹੋਇਆ। ਜਦੋਂ ਜਿਹੜੀ ਆ ਅਮਰਨਾਥ ਦੇ ਖਿਲਾਫ, ਅਮਰਨਾਥ ਜਿਹੜਾ ਲੈਂਡ ਕੇਸ ਦੇ ਖਿਲਾਫ ਪ੍ਰੋਟੈਸਟ ਚੱਲੀ ਸੀ, ਉਦੋਂ ਬਾਅਦ 'ਚ ਹੋਰ ਬੁਰਹਾਨ ਵਾਨੀ ਤੋਂ ਬਾਅਦ ਪ੍ਰੋਟੈਸਟ ਚੱਲੀ ਸੀ, ਉਦੋਂ ਵੀ ਤਾਂ ਕਿਤੇ ਇੰਡੀਅਨ ਸਟੇਟ ਨੇ, ਬੁਰਹਾਨ ਵਾਨੀ ਬਾਅਦ ਦੀ ਗੱਲ ਆ ਮੇਰੇ ਖਿਆਲ 'ਚ, ਪਰ ਉਦੋਂ ਪਹਿਲਾਂ ਮਨਮੋਹਨ ਸਿੰਘ ਜਦੋਂ ਪ੍ਰਧਾਨ ਮੰਤਰੀ ਸੀ ਉਦੋਂ ਜਿੰਨੀਆਂ ਪ੍ਰੋਟੈਸਟ ਚੱਲੀਆਂ 3-3 ਮਹੀਨੇ 4-4 ਮਹੀਨੇ ਕਸ਼ਮੀਰ ਵਾਦੀ ਬੰਦ ਰਹੀ ਹੈ, ਉਦੋਂ ਵੀ ਇੰਡੀਅਨ ਸਟੇਟ ਹੈ ਜਿਹੜੀ ਉਹਦਾ ਚਿਹਰਾ ਇੰਨਾ ਹੀ ਫਾਸ਼ੀਵਾਦੀ ਤੇ ਕਰੂਰ ਸੀ। ਪਰ ਇੱਕ ਫਰਕ ਇਹ ਸੀ ਕਿ ਲੈਫਟ ਇੰਨੇ ਜ਼ੋਰ ਨਾਲ ਉਹਦਾ ਵਿਰੋਧ ਨਹੀਂ ਸੀ ਕਰਦਾ ਜਿੰਨੇ ਜ਼ੋਰ ਨਾਲ ਹੁਣ ਕਰਦਾ। ਸੋ ਇਹ ਇੰਡੀਅਨ ਪੋਲਿਟਿਕਸ ਦੀ ਇੱਕ ਬਹੁਤ ਵੱਡੀ ਕੰਟਰਾਡਿਕਸ਼ਨ ਹੈ ਕਿ ਇੱਥੇ ਲੈਫਟ ਜਿੱਥੇ ਤਾਂ ਬਾਕੀ ਦੁਨੀਆ ਦੇ ਹਿੱਸਿਆਂ ਦੇ ਵਿੱਚ ਖੁੱਲ ਕੇ ਕਿਸੇ ਸਟੇਟ ਦੀ ਵਿਰੋਧਤਾ ਕਰਦਾ, ਇੱਥੇ ਲੈਫਟ ਸਟੇਟ ਦੀ ਵਿਰੋਧਤਾ ਕਰਨ ਦੀ ਬਜਾਏ ਇੱਕ ਖਾਸ ਪਾਰਟੀ ਦੀ ਵਿਰੋਧਤਾ ਤੱਕ ਆਪਣੇ ਆਪ ਨੂੰ ਸੀਮਿਤ ਕੀਤਾ ਹੋਇਆ। ਪਰ ਇਹ ਗੱਲ ਹੁਣ ਇਹ ਲੈਫਟ ਦੀ ਇਹ ਚਲਾਕੀ ਐਕਸਪੋਜ਼ ਹੋ ਰਹੀ ਹੈ ਹੌਲੀ ਹੌਲੀ। ਤੇ ਮਾਨ ਸਾਹਿਬ ਜਿਹੜੇ ਆ ਉਹਨਾਂ ਦੀ ਖਾਸ ਗੱਲ ਇਹ ਹੈ ਕਿ ਉਹ ਇਹ ਲੈਫਟ ਦੇ ਇਸ ਟਰੈਪ ਦੇ ਵਿੱਚ ਨਹੀਂ ਫਸੇ। ਉਹ ਜਿੰਨਾ ਜਦੋਂ ਕਾਂਗਰਸ ਹੁੰਦੀ ਹੈ ਸੈਂਟਰ ਦੇ ਵਿੱਚ ਉਦੋਂ ਵੀ ਉਹਨਾਂ ਦਾ ਵਿਰੋਧ ਓਨਾ ਹੀ ਤਿੱਖਾ ਹੁੰਦਾ, ਤੇ ਜਦੋਂ ਬੀਜੇਪੀ ਹੁੰਦੀ ਆ ਉਦੋਂ ਵੀ ਉਹਨਾਂ ਦਾ ਵਿਰੋਧ ਓਨਾ ਹੀ ਤਿੱਖਾ ਹੁੰਦਾ, ਕਿਉਂਕਿ ਉਹਨਾਂ ਵਾਸਤੇ ਟਰਮ ਹੈ ਜਿਹੜੀ ਉਹ ਹੈਗੀ ਆ ਦਿੱਲੀ, ਨਾ ਕਿ ਬੀਜੇਪੀ ਜਾਂ ਕਾਂਗਰਸ। ਸੋ ਕਾਂਗਰਸ ਆ ਜਿਹੜੀ ਉਹ ਹਿੰਦੂ ਫਾਸ਼ਿਜ਼ਮ ਦਾ ਸੌਫਟ ਫੇਸ ਤੇ ਬੀਜੇਪੀ ਆ ਜਿਹੜੀ ਉਹ ਹਿੰਦੂ ਫਾਸ਼ਿਜ਼ਮ ਦਾ ਹਾਰਡ ਫੇਸ ਹੈ। ਇਹ ਤਾਂ ਬਹੁਤ ਸਿੰਪਲ ਜੀ ਗੱਲ ਹੈ ਜਿਹਨੂੰ ਲੈਫਟ ਵਾਲੀਆਂ ਧਿਰਾਂ ਮੰਨਣ ਤੋਂ ਇਨਕਾਰੀ ਹੈ ਮੇਰੇ ਖਿਆਲ ਦੇ ਵਿੱਚ, ਤੇ ਮਾਨ ਸਾਹਿਬ ਦੀ ਇਹ ਪ੍ਰਾਪਤੀ ਮੰਨੀ ਜਾਣੀ ਚਾਹੀਦੀ ਹੈ ਕਿ ਉਹ ਇਹ ਗੱਲ ਨੂੰ ਸਮਝਦੇ ਆ। ਬਿਲਕੁਲ ਇਹ ਚੀਜ਼ ਸਪਸ਼ਟ ਵੀ ਹੁੰਦੀ ਹੈ ਜਦੋਂ ਮੁਸਲਿਮ ਆਪਣੇ ਐਂਡ ਦੇ ਉੱਪਰ ਹਿੰਦੁਸਤਾਨ ਦੇ ਵਿੱਚ ਰੈਜ਼ਿਸਟੈਂਸ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਜਥੇਬੰਦ ਹੋ ਰਹੇ ਨੇ। ਲੈਫਟ ਵਾਲੇ ਪਾਸਿਓਂ ਉਹ ਕੰਨੀ ਕਤਰਾ ਰਹੇ ਨੇ, ਜਿਵੇਂ PFI ਉਹਨਾਂ ਦੀ ਨਵੇਂ ਉਹਨਾਂ ਦੇ ਨੌਜਵਾਨ ਕਾਫੀ ਉੱਠੇ ਨੇ ਜਿਹੜੀ ਸਿੱਧੀ ਇਸਲਾਮ ਦੀ ਗੱਲ, ਕਿਸੇ ਦੱਬੀ ਆਵਾਜ਼ 'ਚ ਗੱਲ ਨਹੀਂ ਕਰਦੇ, ਪੂਰੀ ਖੁੱਲ੍ਹ ਕੇ ਗੱਲ ਕਰਦੇ, ਹਾਲਾਂਕਿ ਉਹਦੀ ਕੀਮਤ ਉਹਨਾਂ ਨੂੰ ਕੁਝ ਵੀ ਤਾਰਨੀ ਪੈ ਰਹੀ ਹੈ। ਤੇ ਮਲੇਰਕੋਟਲੇ ਦੇ ਵਿੱਚ ਜਿਹੋ ਜਿਹੇ ਰੁਝਾਨ ਆਏ, ਇੱਥੋਂ ਵੀ ਗੱਲ ਪਤਾ ਲੱਗਦੀ ਹੈ ਕਿ ਉਹ ਆਪਣੇ ਆਪ ਨੂੰ ਹਿੰਦੁਸਤਾਨ ਦੇ ਵਿੱਚ ਜਿਸ ਪੋਜੀਸ਼ਨ 'ਚ ਫਸੇ ਹੋਏ ਨੇ, ਉਹਨਾਂ ਨੂੰ ਲੱਗ ਰਿਹਾ ਕਿ ਉਹ ਕਿਤੇ ਨਾ ਕਿਤੇ ਸਿੱਖਾਂ ਦੇ ਨਾਲ ਆਪਣੇ ਆਪ ਦੀ ਤੁਲਨਾ ਕਰਦੇ ਨੇ। ਇਸ ਲਈ ਉਹਨਾਂ ਦਾ ਮਾਨ ਸਾਹਿਬ ਨੂੰ ਜਿਵੇਂ ਦਾ ਸਤਿਕਾਰ ਪਿਆਰ ਪਿਛਲੇ ਇਲੈਕਸ਼ਨ ਦੇ ਵਿੱਚ ਵੀ ਤੇ ਇਸ ਵਿੱਚ ਵੀ ਉਹਨਾਂ ਨੇ ਦਿੱਤਾ, ਇਹ ਚੀਜ਼ ਸਪਸ਼ਟ ਹੁੰਦੀ ਹੈ। ਇਸ ਸਮੇਂ ਜਦੋਂ ਮਾਨ ਸਾਹਿਬ ਦੀ ਜਿੱਤ ਹੁੰਦੀ ਆ ਤਾਂ ਸਾਰੀ ਦੁਨੀਆ ਦੀਆਂ ਨਜ਼ਰਾਂ ਹਿੰਦੁਸਤਾਨ ਦੇ ਇਸ ਜੋ ਫਾਸੀਵਾਦੀ ਨਿਜ਼ਾਮ ਆ ਇਹਦੇ ਉੱਪਰ ਨੇ। ਵੈਸਟ ਦਾ ਮੀਡੀਆ ਗਾਹੇ ਬਗਾਏ ਇਸ ਗੱਲ ਦਾ ਜ਼ਿਕਰ ਕਰਦਾ ਰਹਿੰਦਾ ਆ। ਤੇ ਜਦੋਂ ਇੱਥੇ ਸਿਮਰਜੀਤ ਸਿੰਘ ਮਾਨ ਵਰਗੀ ਸ਼ਖਸੀਅਤ ਇੱਕ ਉੱਠਦੀ ਆ ਜਿੱਤ ਕੇ ਜਦੋਂ ਪਾਰਲੀਮੈਂਟ 'ਚ ਬੋਲਣਗੇ, ਤਾਂ ਮਤਲਬ ਇੰਟਰਨੈਸ਼ਨਲ ਕਮਿਊਨਿਟੀ ਉਹਨੂੰ ਕਿਵੇਂ ਦੇਖੇਗੀ ਕਿ ਉਹਦੇ ਨਾਲ ਸਿੱਖਾਂ ਦੀ ਪਛਾਣ, ਸਿੱਖਾਂ ਦੇ ਮਸਲੇ ਵੀ ਉੱਭਰ ਕੇ ਵਿਸ਼ਵ ਪੱਧਰ ਤੇ ਸਾਹਮਣੇ ਆਉਣਗੇ, ਹੋਰ ਨਿਖਰ ਕੇ ਸਾਹਮਣੇ ਆਉਣਗੇ। ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਦੇਖੋ, ਮੈਂ ਇਹ ਸਮਝਦਾ ਹਾਂ ਕਿ ਇੰਡੀਆ ਦੇ ਵਿੱਚ ਮਾਈਨੋਰਟੀਜ਼ ਵਾਸਤੇ ਕਾਂਗਰਸ ਬੀਜੇਪੀ ਨਾਲੋਂ ਵੱਧ ਘਾਤਕ ਹੈ। ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਪੁੱਠੀ ਲੱਗ ਸਕਦੀ ਹੈ, ਪਰ ਮੈਂ ਇਸ ਗੱਲ ਤੇ ਕਾਫੀ ਜ਼ਿਆਦਾ ਕਨਵਿੰਸਡ ਹਾਂ। ਕਿਉਂ? ਬੀਜੇਪੀ ਹੈ ਜਿਹੜੀ ਉਹ ਬੇਸਿਕਲੀ ਜਿਹੜਾ ਇੰਡੀਆ ਦਾ ਇੱਕ ਇਮੇਜ ਬਣੀ ਹੋਈ ਹੈ ਇੰਟਰਨੈਸ਼ਨਲ ਕਮਿਊਨਿਟੀ ਦੇ ਸਾਹਮਣੇ, ਉਹਨੂੰ ਡੈਮੇਜ ਕਰ ਰਹੀ ਹੈ। ਜਿਹੜਾ ਇੰਡੀਆ ਦਾ ਬ੍ਰਾਂਡ ਹੈ ਨਾ, ਉਹਨੂੰ ਡੈਮੇਜ ਕਰ ਰਹੀ ਹੈ। ਜਿਹੜੀ ਕਾਂਗਰਸ ਹੈ ਉਹ ਇੰਨੀ ਕੁ ਕਾਂਗਰਸ ਲੀਡਰਸ਼ਿਪ ਇੰਨੀ ਕੁ ਮੈਚਿਓਰ ਹੈ ਕਿ ਉਹ ਇੰਡੀਆ ਦੇ ਬ੍ਰਾਂਡ ਨੂੰ ਡੈਮੇਜ ਵੀ ਨਹੀਂ ਹੋਣ ਦਿੰਦੀ, ਤੇ ਉਹਨੂੰ ਡੈਮੇਜ ਕੀਤੇ ਬਿਨਾਂ ਮਾਈਨੋਰਟੀਜ਼ ਦੇ ਖਿਲਾਫ ਬਹੁਤ ਜ਼ਿਆਦਾ ਵਹਿਸ਼ੀ ਕਿਸਮ ਦੀ ਹਿੰਸਾ ਜਿਹੜੀ ਉਹਨੂੰ ਵੀ ਪ੍ਰੈਕਟਿਸ ਦੇ ਵਿੱਚ ਲਿਆਉਂਦੀ ਆ, ਤੇ ਉਹ ਬ੍ਰਾਂਡ ਦੀ ਜਿਹੜੀ ਇਮੇਜ ਹੈ ਜਿਹੜੀ ਇੰਡੀਆ ਦੀ ਉਹਨੂੰ ਵੀ ਬਰਕਰਾਰ ਰੱਖਦੀ ਹੈ। ਹੁਣ ਉਹ ਇਮੇਜ ਕੀ ਆ ਉਹਨੂੰ ਸਮਝਣ ਦੀ ਲੋੜ ਆ। ਹਿਸਟੋਰੀਕਲੀ ਵੈਸਟ ਆ ਜਿਹੜਾ ਉਹ ਹਮੇਸ਼ਾ ਇੰਡੀਆ ਨਾਲ ਫੈਸੀਨੇਟਡ ਰਿਹਾ। ਉਹਦੇ ਵਾਸਤੇ ਇੰਡੀਆ ਬਹੁਤ ਵੱਡੀ ਚੀਜ਼ ਸੀ। ਅੱਜ ਤੋਂ 2500 ਸਾਲ ਪਹਿਲਾਂ ਚਲੇ ਜਾਓ, ਜਿਹੜੇ ਗ੍ਰੀਕ ਟਰੈਵਲਰ ਆਏ ਆ, ਉਸ ਤੋਂ ਬਾਅਦ ਸਿਕੰਦਰ ਆਇਆ, ਉਹ ਇੰਡੀਆ ਦੀ ਫੈਸੀਨੇਸ਼ਨ ਬਹੁਤ ਜ਼ਿਆਦਾ ਸੀ। ਉਹਨਾਂ ਵਾਸਤੇ ਇੰਡੀਆ ਇੱਕ ਮੈਜੀਕਲ ਲੈਂਡ ਸੀ ਜਿੱਥੇ ਪਤਾ ਨਹੀਂ ਕੀ ਕੁਛ ਆ, ਕਿੰਨਾ ਸੋਨਾ ਪਿਆ ਤੇ ਹੋਰ ਪਤਾ ਨਹੀਂ ਕੀ ਕੁਛ ਹੈ, ਤੇ ਸਪਿਰਿਚੁਅਲ ਸੈਂਟਰ ਹੈ ਉਹ ਵਰਲਡ ਦਾ। ਇਸ ਕਿਸਮ ਦੀ ਉਹਨਾਂ ਦੀ ਇਮੇਜ ਸੀਗੀ ਇੰਡੀਆ ਦੀ। ਜਿਹੜਾ ਅਮਰੀਕਾ ਉਹਨੂੰ ਵੀ ਜਦੋਂ ਲੱਭਣ ਗਿਆ ਕੋਲੰਬਸ, ਉਹ ਇੰਡੀਆ ਨੂੰ ਹੀ ਲੱਭ ਰਿਹਾ ਸੀ। ਸੋ ਇੰਨੀ ਫੈਸੀਨੇਸ਼ਨ ਹੈ ਜਿਹੜੀ, ਉਹਦਾ ਕਾਰਨ ਕੀ ਸੀ? ਉਹਦਾ ਕਾਰਨ ਇਹ ਸੀਗਾ ਕਿ ਇੰਡੀਆ ਦਾ ਇੱਕ ਪੁਰਾਣੀ ਜਿਹੜੇ ਡਾਕੂਮੈਂਟ ਹੈ, ਪੁਰਾਣੇ ਦਸਤਾਵੇਜ਼ ਆ ਜਿਹੜੇ, ਉਹਨਾਂ ਦੇ ਆਧਾਰ ਤੇ ਇੱਕ ਇਮੇਜ ਬਿਲਡ ਹੋਇਆ ਸੀ
ਵੈਸਟ ਦੇ ਵਿੱਚ ਮਨਾਂ ਦੇ ਵਿੱਚ ਕਿ ਇੰਡੀਆ ਇੱਕ ਕਿਸਮ ਦਾ ਸਪਿਰਿਚੁਅਲ ਪੀਸਫੁਲ ਲੈਂਡ ਹੈ ਤੇ ਕਲਰਫੁਲ ਕਲਚਰਲੀ ਵਾਈਬ੍ਰੈਂਟ ਬਹੁਤ ਵਧੀਆ ਇੱਕ ਯੂਟੋਪੀਅਨ ਸੁਸਾਇਟੀ ਹੈ ਇੱਥੋਂ ਤੱਕ ਵੀ ਵੈਸਟ ਦੇ ਵਿੱਚ ਸੀ। ਜਦੋਂ ਉਹ ਇੰਡੀਆ ਦੇ ਵਿੱਚ ਕੋਲੋਨਾਈਜ਼ਰ ਬਣ ਕੇ ਆਏ ਬ੍ਰਿਟਿਸ਼ ਤੇ ਫ੍ਰੈਂਚ, ਤੇ ਉਹਨਾਂ ਨੇ ਕੀ ਵੇਖਿਆ ਵੀ ਇੱਥੇ ਰਾਜ ਮੁਸਲਮਾਨਾਂ ਦਾ ਹੈ ਤੇ ਹਿੰਦੂ ਪਾਪੂਲੇਸ਼ਨ ਜਿਹੜੀ ਮੈਜੋਰਿਟੀ ਉਹ ਮੁਸਲਮਾਨਾਂ ਦੇ ਰਾਜ ਦੇ ਥੱਲੇ ਰਹਿ ਰਹੀ ਹੈ, ਤੇ ਉਹਦੇ ਨਾਲ ਇਮੀਡੀਏਟਲੀ ਹਿੰਦੂਆਂ ਦੀ ਬ੍ਰਿਟਿਸ਼ ਜਿਹੜੇ ਯੂਰਪੀਅਨ ਕੋਲੋਨਾਈਜ਼ਰ ਹੈ ਉਹਨਾਂ ਨਾਲ ਇੱਕ ਸਾਂਝ ਬਣ ਗਈ। ਉਸ ਸਾਂਝ ਦੇ ਵਿੱਚੋਂ ਯੂਰਪੀਅਨ ਕੋਲੋਨਾਈਜ਼ਰ ਦਾ ਐਟੀਟਿਊਡ ਹਿੰਦੂਇਜ਼ਮ ਪ੍ਰਤੀ ਹਮੇਸ਼ਾ ਸੌਫਟ ਰਿਹਾ, ਤੇ ਉਹਨੇ ਜਿੰਨਾ ਵੀ ਕਲੋਨੀਅਲ ਟਰੈਵਲ ਲਿਟਰੇਚਰ ਲਿਖਿਆ ਗਿਆ ਤੇ ਕਲੋਨੀਅਲ ਸਕਾਲਰਸ਼ਿਪ ਜਿੰਨੀ ਵੀ ਪੈਦਾ ਹੋਈ ਉਹ ਵੀ ਹਿੰਦੂਇਜ਼ਮ ਬਾਰੇ ਇੱਕ ਸੌਫਟ ਟੱਚ ਰੱਖਦੀ ਸੀ। ਉਸ ਸੌਫਟ ਟੱਚ ਨੇ 20ਵੀਂ ਸਦੀ ਦੇ ਤੱਕ ਆਉਂਦਿਆਂ ਇੰਡੀਆ ਦਾ ਇੱਕ ਹੋਰ ਇਮੇਜ ਬਿਲਡ ਕਰਤਾ ਗਾਂਧੀ ਦੀ ਸ਼ਖਸੀਅਤ ਰਾਹੀਂ ਕਿ ਇੰਡੀਆ ਤਾਂ ਜੀ ਇੱਕ ਬਹੁਤ ਐਗਜ਼ਾਮਪਲਰੀ ਨੌਨ ਵਾਇਲੈਂਟ ਸਟਰਗਲ ਹੈ ਜਿਹੜੀ ਉਹਨੂੰ ਅੱਗੇ ਵਧਾ ਸਕਦਾ। ਸੋ ਇਸ ਸਟਰੈਂਥ ਨੂੰ ਹਿੰਦੂਇਜ਼ਮ ਦੀ ਇੰਡੀਆ ਦੀ ਸਟਰੈਂਥ ਵਜੋਂ ਪੇਸ਼ ਕੀਤਾ। ਜਿਹੜੀ ਐਕਚੁਅਲ ਸਿਚੁਏਸ਼ਨ ਸੀ ਉਹ ਇਸ ਪਿਕਚਰ ਤੋਂ ਬਿਲਕੁਲ ਉਲਟ ਸੀ। ਐਕਚੁਅਲ ਸਿਚੁਏਸ਼ਨ ਇਹ ਸੀ ਵੀ ਇੰਡੀਆ ਵਰਗੀ ਜਿੰਨੀ ਇੱਥੇ ਬੇਰਹਿਮ ਵਾਇਲੈਂਸ ਆ ਉਨੀ ਤਾਂ ਕਿਸੇ ਹੋਰ ਦੁਨੀਆ ਦੇ ਹਿੱਸੇ 'ਚ ਹੁੰਦੀ ਨਹੀਂ। ਜੋ ਕੁਛ 1984 ਦੇ ਵਿੱਚ ਸਿੱਖਾਂ ਨਾਲ ਹੋਇਆ ਉਹ ਤਾਂ ਦੁਨੀਆ ਦੇ ਮੈਨੂੰ ਲੱਗਦਾ ਇਤਿਹਾਸ ਦੇ ਵਿੱਚ ਹੀ ਲੱਭਣਾ ਕਿਤੇ ਹੋਰ ਔਖਾ। ਛੋਟੇ ਛੋਟੇ ਬੱਚਿਆਂ ਨੂੰ ਵੀ ਅੱਗ ਦੇ ਵਿੱਚ ਸਿੱਟ ਕੇ ਸਾੜਿਆ ਗਿਆ ਤੇ ਉਹਦੀ ਖੁਸ਼ੀ ਮਨਾਈ ਗਈ। ਸੋ ਇੰਡੀਆ ਨੇ ਨਾ ਬਹੁਤ ਕਲੀਅਰਲੀ ਇਹ ਬੜਾ ਸਕਸੈਸਫੁਲੀ ਕਾਂਗਰਸ ਦੀ ਲੀਡਰਸ਼ਿਪ ਨੇ ਆਪਦਾ ਬ੍ਰਾਂਡ ਜਿਹੜਾ ਉਹ ਇੰਡੀਆ ਦਾ ਉਹਨੂੰ ਬਚਾ ਕੇ ਰੱਖਿਆ। ਇੱਕ ਮੈਂ ਤੁਹਾਨੂੰ ਇੱਥੇ ਹੋਰ ਉਦਾਹਰਨ ਦੇ ਦਿੰਦਾ, ਨਿਊਯਾਰਕ ਟਾਈਮਸ ਦੀ ਪੱਤਰਕਾਰ ਸੀ ਬਾਰਬਰਾ ਕ੍ਰੋਸੈਟ। ਉਹਨੇ 1984 ਤੋਂ ਲੈ ਕੇ ਸਿੱਖਾਂ ਦੀ ਸਟਰਗਲ ਨੂੰ ਨਿਊਯਾਰਕ ਟਾਈਮਸ ਵਾਸਤੇ ਰਿਪੋਰਟਿੰਗ ਕੀਤੀ, ਤੇ ਉਹਨੇ 1984 ਦੇ ਵਿੱਚ ਨਾ ਜਿਹੜਾ ਦਿੱਲੀ ਕਤਲੇਆਮ ਤੋਂ ਬਾਅਦ ਇੱਕ ਸਟੋਰੀ ਲਾਈ। ਉਹ ਕਹਿੰਦੀ ਵੀ ਚਿਲੀ ਦੇ ਵਿੱਚ 20 ਸਾਲਾਂ ਦੇ ਵਿੱਚ ਜਿੰਨੇ ਬੰਦੇ ਡਿਸਪੀਅਰ ਕੀਤੇ ਆ ਉੱਥੋਂ ਦੇ ਡਿਕਟੇਟਰ ਨੇ, ਉਹਦੇ ਤੋਂ ਵੱਧ ਦਿੱਲੀ ਇੰਡੀਆ ਦੀ ਰਾਜਧਾਨੀ ਦਿੱਲੀ ਦੇ ਵਿੱਚ ਉਹਦੇ ਤੋਂ ਵੱਧ ਸਿੱਖਾਂ ਦਾ 3 ਦਿਨਾਂ ਦੇ ਵਿੱਚ ਕਤਲ ਹੋ ਗਿਆ। ਪਰ ਨਾਲ ਹੀ ਉਹ ਕਹਿੰਦੀ ਵੀ ਉਹਦੇ ਬਾਵਜੂਦ ਵੀ ਇਹ ਓਡਾ ਵੱਡਾ ਪੋਲੀਟੀਕਲ ਇਸ਼ੂ ਨਹੀਂ ਬਣਿਆ ਇੰਟਰਨੈਸ਼ਨਲੀ। 3 ਦਿਨ ਵਰਸਸ 20 ਸਾਲ। ਤੇ ਹਜੇ ਵੀ ਜਿਹੜੀ ਉੱਥੇ ਘਟਨਾ ਹੋਈ ਹੈ, ਜਿਹੜੀ ਉੱਥੇ ਵਾਇਲੈਂਸ ਹੋਈ ਹੈ, ਉਹ ਵਾਇਲੈਂਸ ਬਾਰੇ ਇੰਟਰਨੈਸ਼ਨਲ ਕਮਿਊਨਿਟੀ ਵੱਧ ਜਾਣਦੀ ਹੈ, ਜਿਹੜੀ ਸਿੱਖਾਂ ਤੇ ਵਾਇਲੈਂਸ ਹੋਈ ਹੈ ਉਹਦੇ ਬਾਰੇ ਘੱਟ ਜਾਣਦੀ ਹੈ। ਉਹਦਾ ਕਾਰਨ ਇਹੀ ਸੀ ਵੀ ਕਾਂਗਰਸ ਨੇ ਬਹੁਤ ਮੈਚਿਓਰ ਤਰੀਕੇ ਨਾਲ ਆਪਦੀ ਇਮੇਜ ਨੂੰ ਮੈਨੇਜ ਕੀਤਾ ਇੰਟਰਨੈਸ਼ਨਲ ਕਮਿਊਨਿਟੀ ਦੇ ਸਾਹਮਣੇ। ਜਿਹੜੀ ਬੀਜੇਪੀ ਜਦੋਂ ਦੀ ਆਈ ਹੈ ਇਹਨਾਂ ਨੇ ਉਹਦਾ ਕੰਮ ਉਲਟ ਕਰਤਾ, ਇਹ ਉਸ ਇਮੇਜ ਨੂੰ ਡੈਮੇਜ ਕਰ ਰਹੀ ਹੈ। ਸੋ ਉਸ ਐਂਗਲ ਤੋਂ ਜਿਹੜੀ ਇੰਟਰਨੈਸ਼ਨਲ ਸਿਚੁਏਸ਼ਨ ਦੇ ਵਿੱਚ ਮੇਰੇ ਖਿਆਲ ਦੇ ਬੀਜੇਪੀ ਲੌਂਗ ਟਰਮ ਦੇ ਵਿੱਚ ਸ਼ਾਇਦ ਮਿਨੋਰਟੀ ਦਾ ਫਾਇਦਾ ਹੀ ਕਰ ਰਹੀ ਹੈ, ਕਿਉਂਕਿ ਉਹਦੇ ਨਾਲ ਇੰਡੀਆ ਬਾਰੇ ਬਹੁਤ ਸਾਰੇ ਲੋਕਾਂ ਦੇ ਭੁਲੇਖੇ ਆ ਜਿਹੜੇ ਉਹ ਦੂਰ ਹੋ ਰਹੇ ਆ, ਤੇ ਜਿਹੜੀ ਹਿੰਦੂਆਂ ਦੀ ਵਾਇਲੈਂਸ ਹੈ ਮਾਈਨੋਰਿਟੀ ਦੇ ਖਿਲਾਫ ਉਹਦੇ ਬਾਰੇ ਵੀ ਵੱਧ ਲੋਕ ਆ ਜਿਹੜੇ ਹੋਰ ਚੇਤਨ ਹੋ ਰਹੇ ਆ ਇੰਟਰਨੈਸ਼ਨਲੀ। ਸੋ ਮੇਰੇ ਖਿਆਲ ਦੇ ਵਿੱਚ ਲੌਂਗ ਟਰਮ ਦੇ ਵਿੱਚ ਇਸ ਗੱਲ ਦਾ ਕੁਝ ਫਾਇਦਾ ਜਿਹੜਾ ਉਹ ਹੋ ਸਕਦਾ। ਬਿਲਕੁਲ, ਜੋ ਹਾਲਾਤ ਇਸ ਸਮੇਂ ਹਿੰਦੁਸਤਾਨ ਦੇ ਨੇ, ਇੱਥੋਂ ਇੱਕ ਗੱਲ ਇਹ ਵੀ ਸਪਸ਼ਟ ਹੈ ਕਿ ਫਿਲਹਾਲ ਤਾਂ ਉਹ ਵੋਟਾਂ ਦੇ ਰਾਹੀਂ ਜੋ ਕੁਝ ਕਰ ਰਹੇ ਨੇ ਆਪਣੇ ਡਿਸੀਜ਼ਨ ਲੈ ਰਹੇ ਨੇ, ਪਰ ਉਹ ਸਮਾਂ ਦੂਰ ਨਹੀਂ ਕਿ ਜਦੋਂ ਉਹ ਵੋਟਾਂ ਵਾਲੇ ਸਿਸਟਮ ਤੋਂ ਵੀ ਉਲੰਘ ਕੇ ਕੁਝ ਹੋਰ ਵੱਡਾ ਕਰਨਗੇ, ਜਿਸ ਦੀਆਂ ਕਿ ਸਮੇਂ ਦਰ ਸਮੇਂ ਅਸੀਂ ਤਿਆਰੀਆਂ ਬਾਰੇ ਸੁਣਦੇ ਰਹਿੰਦੇ ਹਾਂ। ਅਜਿਹੇ ਹਾਲਾਤਾਂ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਜਿੱਤਣਾ ਤੇ ਪਰ ਉਹਦੇ ਨਾਲ ਪੰਜਾਬ ਦੇ ਵਿੱਚ ਵੀ ਕਾਫੀ ਧਿਰਾਂ ਨੇ ਜਿਹੜੀਆਂ ਵੋਟ ਪੋਲਿਟਿਕਸ 'ਚ ਯਕੀਨ ਨਹੀਂ ਰੱਖਦੀਆਂ ਤੇ ਅਦਰਵਾਈਜ਼ ਉਹ ਪੂਰੀਆਂ ਪੰਜਾਬ ਦੇ ਸੰਘਰਸ਼ ਪੰਜਾਬ ਦੇ ਵਾਸਤੇ ਲੜਨ ਲਈ ਤਿਆਰ ਰਹਿੰਦੀਆਂ ਨੇ। ਭਵਿੱਖ ਦੇ ਵਿੱਚ ਪੰਜਾਬ ਦਾ ਜਿਹੜਾ ਰਾਜਨੀਤਿਕ ਜੋ ਮਾਹੌਲ ਆ ਉਹ ਕੀ ਰੰਗ ਲੈ ਸਕਦਾ ਆ ਇਸ ਜਿੱਤ ਤੋਂ ਬਾਅਦ, ਕਿਉਂਕਿ ਜਿਵੇਂ ਡਿਸਕ੍ਰੈਡਿਟ ਤਿੰਨ ਮੇਨ ਸਟ੍ਰੀਮ ਪਾਰਟੀਆਂ ਕੱਲ੍ਹ ਵਾਲੀ ਇਲੈਕਸ਼ਨ ਦੇ ਵਿੱਚ ਆਪਣੀ ਜ਼ਮਾਨਤ ਜ਼ਬਤ ਕਰਾ ਕੇ ਗਈਆਂ ਨੇ। ਅਜਿਹੇ ਹਾਲਾਤਾਂ ਦੇ ਵਿੱਚ ਪੰਜਾਬ ਦਾ ਰਾਜਨੀਤਿਕ ਭਵਿੱਖ ਕਿਵੇਂ ਵੇਖਦੇ ਹੋ ਤੇ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਕੀ ਪੋਜੀਸ਼ਨ ਦੇਖਦੇ ਹੋ? ਇਹ ਮੇਰਾ ਆਖਰੀ ਸਵਾਲ ਹੈ ਜੀ ਤੁਹਾਨੂੰ। ਦੇਖੋ ਜੀ, ਜਿਹੜੀਆਂ 3 ਪਾਰਟੀਆਂ ਦੀ ਰਾਜਨੀਤਿਕ ਜਿਨ੍ਹਾਂ ਦੀ ਜ਼ਮਾਨਤ ਜ਼ਬਤ ਹੋਈ ਆ ਉਹਨਾਂ ਦਾ ਰਾਜਨੀਤਿਕ ਭਵਿੱਖ ਮੈਨੂੰ ਤਾਂ ਹਾਲ ਦੀ ਘੜੀ ਧੁੰਦਲਾ ਲੱਗਦਾ। ਉਹਨਾਂ ਕੋਲੇ ਉੱਠਣ ਵਾਸਤੇ ਕੋਈ ਮੁੱਦਾ ਹੀ ਹੈ ਨਹੀਂ। ਬੀਜੇਪੀ ਪੰਜਾਬ ਦੀ ਸਕੀ ਬਣ ਨਹੀਂ ਸਕਦੀ। ਕਾਂਗਰਸ ਆ ਜਿਹੜੀ ਉਹ ਵੀ ਉਸ ਐਂਟੈਗੋਨਿਜ਼ਮ ਦੀ ਗੱਲ ਨਹੀਂ ਕਰਨਾ ਚਾਹੁੰਦੀ,
ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਉਹਨੇ ਸਿੱਖਾਂ ਦੇ ਵਿੱਚ ਜਿਹੜਾ ਉਹਦਾ ਆਧਾਰ ਸੀ ਸਾਰਾ ਉਹਨੂੰ ਖੋਰ ਲਿਆ ਤੇ ਉਹ ਦੁਬਾਰਾ ਛੇਤੀ ਕੀਤਿਆਂ ਵਾਪਸ ਨਹੀਂ ਆਉਣ ਲੱਗਾ। ਇਸ ਵੈਕਿਊਮ ਦੇ ਵਿੱਚ ਜਿਹੜੀ ਪੰਥਕ ਧਿਰ ਹੈ ਉਹਦੇ ਕੋਲੇ ਬਹੁਤ ਵੱਡਾ ਇਤਿਹਾਸਕ ਮੌਕਾ ਕਿ ਉਹ ਆਪਦੇ ਪੈਰ ਪੰਜਾਬ ਦੇ ਵਿੱਚ ਜਮਾ ਸਕਦੇ ਆ। ਹੂੰ। ਹੁਣ ਇਹ ਗੱਲ ਡਿਪੈਂਡ ਕਰਦੀ ਹੈ ਕਿ ਉਹ ਜਮਾ ਸਕਣਗੇ ਜਾਂ ਨਹੀਂ। ਇਹ ਗੱਲ ਇਸ ਗੱਲ ਤੇ ਡਿਪੈਂਡ ਕਰਦੀ ਹੈ ਵੀ ਉਹ ਆਉਣ ਵਾਲੇ ਦਿਨਾਂ 'ਚ ਕੀ ਕਰਦੇ। ਆਉਣ ਵਾਲੇ ਦਿਨਾਂ ਦੇ ਮੂਵ ਆ ਜਿਹੜੇ ਉਹ ਬਹੁਤ ਜ਼ਿਆਦਾ ਕਰੂਸ਼ੀਅਲ ਹੈ ਤੇ ਆਉਣ ਵਾਲਾ ਸਾਲ 1.5 ਸਾਲ ਆ ਜਿਹੜਾ ਉਹ ਸਾਰੀ ਰਾਜਨੀਤੀ ਆਉਣ ਵਾਲੇ 10 ਸਾਲਾਂ ਦੀ ਉਹਨੂੰ ਨਿਰਧਾਰਿਤ ਕਰ ਸਕਦਾ। ਸੋ ਇਹਦੇ ਵਿੱਚ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਵੀ ਮਾਨ ਸਾਹਿਬ ਆ ਜਿਹੜੇ ਉਹ ਇਹ ਕਰ ਸਕਦੇ ਆ ਵੀ ਉਹਨਾਂ ਦੀ ਪਾਰਟੀ ਦਾ ਜਿਹੜਾ ਓਰੀਜਨਲ ਜਿਹੜਾ ਉਹਨਾਂ ਦਾ ਢਾਂਚਾ ਸੀਗਾ 1999-90 ਵਾਲਾ ਉਹ ਬਹੁਤ ਮਜ਼ਬੂਤ ਸੀ, ਪਰ ਹੌਲੀ ਹੌਲੀ ਉਹਨਾਂ ਨਾਲੋਂ ਕਈ ਕਾਰਨਾਂ ਕਰਕੇ ਬੰਦੇ ਟੁੱਟਦੇ ਗਏ, ਘਰਾਂ 'ਚ ਪੈਂਦੇ ਗਏ। ਸੋ ਉਹ ਅੱਜ ਦੀ ਘੜੀ ਇੱਕ ਕੰਮ ਇਹ ਕਰ ਸਕਦੇ ਆ ਵੀ ਸਾਰੇ ਪੰਜਾਬ ਦਾ ਦੌਰਾ ਕਰਨ, ਹਰ ਲੀਡਰ ਜਿਹੜਾ ਉਹਨਾਂ ਨਾਲੋਂ ਟੁੱਟ ਕੇ ਘਰੇ ਬੈਠਾ ਪਰਸਨਲੀ ਉਹਨੂੰ ਉਹਦੇ ਘਰੇ ਜਾਣ ਮਨਾਉਣ ਵਾਸਤੇ, ਤੇ ਮੈਨੂੰ ਲੱਗਦਾ ਵੀ ਉਹ ਤੁਰਨਗੇ ਵੀ ਹੁਣ। ਸੋ ਉਹਦੇ ਨਾਲ 2-4 ਮਹੀਨਿਆਂ ਦੇ ਵਿੱਚ ਹੀ ਇਹ ਪਾਰਟੀ ਦੀ ਜਿਹੜੀ ਸਟਰੈਂਥ ਹੈ ਉਹ ਕਈ ਗੁਣਾ ਵੱਧ ਸਕਦੀ ਹੈ ਤੇ ਇਹਦੇ ਤੋਂ ਇਲਾਵਾ ਵੀ ਹੋਰ ਕਈ ਕਿਸਮ ਦੇ ਸਟੈਪ ਆ ਜਿਹੜੇ ਉਹ ਲਏ ਜਾ ਸਕਦੇ ਆ ਜਿਹਦੇ ਨਾਲ ਆਉਣ ਵਾਲਾ ਭਵਿੱਖ ਹੈ ਜਿਹੜਾ ਉਹ ਹੋਰ ਵਧੀਆ ਮੇਰੇ ਖਿਆਲ ਦੇ ਵਿੱਚ ਪੰਜਾਬ ਵਾਸਤੇ ਬਣ ਸਕਦਾ, ਜਿਹੜੇ ਆਪਾਂ ਕਦੇ ਫੇਰ ਡਿਸਕਸ ਕਰ ਸਕਦੇ ਹਾਂ। ਹਾਂਜੀ। ਮੈਂ ਕੱਲ ਵਾਲੀ ਜਿਹੜੀ ਰਿਜ਼ਲਟ ਨੇ ਉਹਦੇ ਵਿੱਚ ਜਿਸ ਕਿਸਮ ਨਾਲ ਬੀਜੇਪੀ ਨੇ ਕੋਈ 60-70 ਹਜ਼ਾਰ ਦੇ ਕਰੀਬ ਵੋਟ ਖੜੀ ਆ ਤੇ ਇਸ ਇਲੈਕਸ਼ਨਸ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਕੋਈ ਵੀ ਜਿਹਾ ਪ੍ਰਚਾਰ ਉੱਭਰ ਕੇ ਸਾਹਮਣੇ ਨਹੀਂ ਆਇਆ ਕਿ ਇਹ ਵੱਖਵਾਦੀ ਹੈ, ਖਾਲਿਸਤਾਨੀ ਹੈ, ਇਹਦੇ ਤੋਂ ਕੋਈ ਇੱਥੇ ਹਿੰਦੂ ਪੰਜਾਬ ਦੇ ਵਿੱਚ ਵਸਦੀ ਹਿੰਦੂ ਕਮਿਊਨਿਟੀ ਨੂੰ ਕੋਈ ਖਤਰਾ ਹੋ ਸਕਦਾ। ਮੈਨੂੰ ਲੱਗਦਾ ਕਿ ਇਹ ਵੀ ਸਟ੍ਰੈਟਜੀ ਹੋ ਸਕਦੀ ਬੀਜੇਪੀ ਨੇ ਸਾਇਲੈਂਟਲੀ ਉਸ ਚੀਜ਼ ਨੂੰ ਹੋਣ ਦਿੱਤਾ ਤੇ ਆਪਣਾ ਜਿਹੜੇ ਪੈਰ ਆ ਉਸ ਸੰਗਰੂਰ ਦੇ ਸ਼ਹਿਰਾਂ 'ਚ ਮਜ਼ਬੂਤ ਕੀਤੇ। ਆਮ ਆਦਮੀ ਪਾਰਟੀ ਜਿਵੇਂ ਕਿਸੇ ਆਈਡੀਓਲੋਜੀ ਦੇ ਉੱਪਰ ਨਹੀਂ ਖੜੀ, ਭਵਿੱਖ ਦੇ ਵਿੱਚ ਜੇ ਆਈਡੀਓਲੋਜੀ ਦੇ ਆਧਾਰ ਤੇ ਪੰਜਾਬ 'ਚ ਰਾਜਨੀਤੀ ਹੁੰਦੀ ਆ ਤਾਂ ਸਿੱਖਾਂ ਵਾਲੇ ਪਾਸੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ, ਤਾਂ ਦੂਸਰੇ ਪਾਸੇ ਜਿਹੜੀ ਹਿੰਦੂ ਕਮਿਊਨਿਟੀ ਆ ਮੈਨੂੰ ਜਿਸ ਤੱਕ ਲੱਗਦਾ ਕਿ ਬੀਜੇਪੀ ਉਹਦੇ ਵਿੱਚ ਆਪਣੀਆਂ ਜਿਹੜੀਆਂ ਪੈਰ ਪਸਾਰਨ ਦੀ ਕੋਸ਼ਿਸ਼ ਕਰੇਗੀ। ਉਹਦੇ ਵਾਸਤੇ ਭਾਵੇਂ ਉਹ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਜਿੱਤ ਨੂੰ ਇੱਕ ਥ੍ਰੈਟ ਵਜੋਂ ਪੇਸ਼ ਕਰਕੇ ਕਰੇ ਜਾਂ ਹੋਰ ਅਜਿਹੀਆਂ ਕਈ ਘਟਨਾਵਾਂ ਨੇ ਜਿਵੇਂ ਕੁਝ ਕਲਚਰ ਦੇ ਵਿੱਚ ਗੀਤਾਂ ਦੇ ਰਾਹੀਂ ਜਿਹੜੀ ਨਵੀਆਂ ਚੀਜ਼ਾਂ ਆ ਰਹੀਆਂ ਨੇ ਉਹਨਾਂ ਚੀਜ਼ਾਂ ਨੂੰ ਉਭਾਰ ਕੇ ਬੀਜੇਪੀ ਕੋਸ਼ਿਸ਼ ਕਰ ਸਕਦੀ ਹੈ ਕਿ ਇੱਥੇ ਵੀ ਕੋਈ ਪੋਲਰਾਈਜੇਸ਼ਨ ਵਰਗਾ ਪੱਤਾ ਖੇਡਿਆ ਜਾਵੇ। ਇਹਦੇ ਬਾਰੇ ਕੋਈ ਕਮੈਂਟ? ਦੇਖੋ, ਸਰਦਾਰ ਮਾਨ ਦੀ ਜਿੱਤ ਤੋਂ ਬਾਅਦ ਸਰਕਾਰ ਘਬਰਾਈ ਹੋਈ ਹੈ। ਇਹਦਾ ਸਬੂਤ ਇਹ ਹੈ ਕਿ ਸਰਕਾਰ ਨੇ ਪਹਿਲਾਂ SYL ਗਾਣਾ ਬੈਨ ਕੀਤਾ, ਫਿਰ ਬਹੁਤ ਵੱਡੇ ਪੱਧਰ ਤੇ ਅਕਾਊਂਟ ਆ ਜਿਹੜੇ ਟਵਿੱਟਰ ਤੇ ਹੋਰ ਸੋਸ਼ਲ ਮੀਡੀਆ ਤੇ ਉਹ ਬੈਨ ਕਰਨੇ ਸ਼ੁਰੂ ਕਰਤੇ ਜਿਹੜੇ ਪੰਜਾਬ ਦੇ ਹੱਕ ਦੀ ਗੱਲ ਕਰਦੇ। ਸੋ ਇਹਦਾ ਮਤਲਬ ਹੈ ਕਿ ਸਰਕਾਰ ਐਕਟੀਵੇਟ ਹੋ ਚੁੱਕੀ ਆ ਆਲਰੇਡੀ, ਉਹ ਇਹਨੂੰ ਐਜ਼ ਇੱਕ ਥ੍ਰੈਟ ਸਮਝ ਰਹੀ ਹੈ। ਸੋ ਮੈਨੂੰ ਨਹੀਂ ਲੱਗਦਾ ਵੀ ਇਹਦੇ ਪਿੱਛੇ ਸਰਦਾਰ ਮਾਨ ਦੀ ਜਿੱਤ ਪਿੱਛੇ ਕਿਸੇ ਵੀ ਕਿਸਮ ਦੀ ਕੋਈ ਸਰਕਾਰ ਦੀ ਕੌਂਸਪੀਰੇਸੀ ਵਾਲੀ ਪਲੈਨਿੰਗ ਹੈ। ਮੈਨੂੰ ਨਹੀਂ ਇਹ ਗੱਲ ਲੱਗਦੀ। ਮੇਰੇ ਖਿਆਲ ਦੇ ਵਿੱਚ ਉਹ ਆਪ ਜਿੱਤੇ ਆ, ਲੋਕਾਂ ਦੀ ਸਪੋਰਟ ਨਾਲ ਜਿੱਤੇ ਆ ਤੇ ਸਰਕਾਰ ਇਸ ਗੱਲ ਤੋਂ ਘਬਰਾਈ ਹੈ ਬੀਜੇਪੀ ਦੀ। ਆਉਣ ਵਾਲੇ ਸਮੇਂ ਦੇ ਵਿੱਚ ਕੀ ਸਰਕਾਰ ਪੋਲਰਾਈਜ਼ ਕਰ ਸਕਦੀ ਹੈ? ਮੈਨੂੰ ਲੱਗਦਾ ਨਹੀਂ, ਘੱਟ ਚਾਂਸ ਆ। ਬੀਜੇਪੀ ਤੋਂ ਉਸ ਕਿਸਮ ਦੀ ਪੰਜਾਬ ਦੇ ਵਿੱਚ ਪੋਲਰਾਈਜ਼ੇਸ਼ਨ ਕੀਤੀ ਨਹੀਂ ਜਾਣੀ। ਉਹਦਾ ਵੱਡਾ ਕਾਰਨ ਇੱਕ ਤਾਂ ਇਹ ਹੈ ਵੀ ਪੰਜਾਬ ਦੇ ਵਿੱਚ ਕੋਈ ਹਥਿਆਰਬੰਦ ਲਹਿਰ ਨਹੀਂ ਚੱਲ ਰਹੀ। ਜਦੋਂ ਹਥਿਆਰਬੰਦ ਲਹਿਰ ਚੱਲ ਰਹੀ ਹੁੰਦੀ ਆ ਉਦੋਂ ਕਿਸੇ ਇੱਕ ਵਰਗ ਨੂੰ ਥ੍ਰੈਟਨਡ ਫੀਲ ਕਰਵਾ ਕੇ ਭਾਵੇਂ ਕਿ ਉਹਦੇ ਖਿਲਾਫ ਵਾਇਲੈਂਸ ਨਾ ਵੀ ਹੋ ਰਹੀ ਹੋਵੇ, ਸੌਖਾ ਹੁੰਦਾ ਪੋਲਰਾਈਜ਼ ਕਰਨਾ। ਹਾਲ ਦੀ ਘੜੀ ਮੈਨੂੰ ਲੱਗਦਾ ਉਸ ਕਿਸਮ ਦੀ ਪੋਲਰਾਈਜ਼ੇਸ਼ਨ ਹੈ ਜਿਹੜੀ ਉਹ ਹੋਣੀ ਨਹੀਂ ਗੀ। ਦੂਜਾ ਨਾ, ਮੈਂ ਇੱਕ ਆਪਣੇ ਜਿਹੜੇ ਪੰਥਕ ਰਾਜਨੀਤੀ ਦੇ ਵਿੱਚ ਸਰਗਰਮ ਖਾਸ ਕਰਕੇ ਨੌਜਵਾਨ ਉਹਨਾਂ ਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਉਹ ਇਹ ਹੈ ਵੀ ਕਈ ਵਾਰੀ ਜਿਹੜਾ ਸਾਡਾ ਐਨਾਲਿਸਿਸ ਆ ਨਾ, ਪੋਲੀਟੀਕਲ ਐਨਾਲਿਸਿਸ, ਉਹਦੇ ਵਿੱਚ ਇੱਕ ਕਿਸਮ ਦੀ ਬਾਇਸ ਬੜੀ ਹੋਈ ਆ। ਉਹ ਬਾਇਸ ਦਾ ਕਾਰਨ ਹੈ ਲੇਜ਼ੀ ਥਿੰਕਿੰਗ, ਵੀ ਅਸੀਂ ਆਲਸੀ ਹੋ ਗਏ। ਉਹ ਬਾਇਸ ਕੀ ਹੈ ਕਿ ਅਸੀਂ ਹਰ ਗੱਲ ਨੂੰ ਇਸ ਤਰ੍ਹਾਂ ਇੰਟਰਪ੍ਰੇਟ ਕਰਦੇ ਆ ਵੀ ਇਹ ਗੱਲ ਐਂ ਵਾਪਰੀ ਹੀ ਤਾਂ ਕਿਉਂਕਿ ਇਹਨੂੰ ਏਜੰਸੀਆਂ ਐਂ ਚਾਹੁੰਦੀਆਂ ਸੀ। ਠੀਕ ਹੈ, ਜੇ ਮਾਨ ਸਾਹਿਬ ਹਾਰ ਜਾਂਦੇ ਫਿਰ ਵੀ ਏਜੰਸੀਆਂ ਨੇ ਹਰਾਤਾ ਸੀ, ਜੇ ਜਿੱਤ ਕੇ ਫਿਰ ਵੀ ਏਜੰਸੀਆਂ ਨੇ ਜਿਤਾਤਾ, ਜੇ ਕੋਈ ਹੋਰ ਘਟਨਾ ਹੋ ਜੇ ਉਹ ਵੀ। ਮੈਂ ਇਹ ਕਹਿੰਦਾ ਵੀ ਜਿਹੜੀਆਂ ਕਿਸੇ ਮੁਲਕ ਦੀਆਂ ਇੰਟੈਲੀਜੈਂਸ ਏਜੰਸੀਆਂ ਉਹਨਾਂ ਨੂੰ ਉਸ ਮੁਲਕ ਦੀ ਸਰਕਾਰ ਨੇ ਤਨਖਾਹਦਾਰ ਬੰਦੇ ਰੱਖ ਕੇ ਚਲਾਉਣਾ ਹੁੰਦਾ। ਠੀਕ ਹੈ ਨਾ ਇਹ ਗੱਲ ਤਾਂ, ਵੀ ਉਹ ਬੰਦੇ ਤਨਖਾਹ ਤੇ ਰੱਖੇ ਹੁੰਦੇ ਆ।
ਉਹ ਬੰਦੇ ਕੋਈ ਬਹੁਤ ਜ਼ਿਆਦਾ ਐਕਸਟਰਾ ਆਰਡੀਨਰੀ ਜੀਨੀਅਸ ਨਹੀਂ ਹੁੰਦੇ, ਉਹ ਵੀ ਗਲਤੀਆਂ ਕਰਦੇ ਆ, ਠੀਕ ਹੈ। ਤੇ ਜਿਹੜੀ ਲੜ ਰਹੀ ਧਿਰ ਹੈ ਉਹ ਇੰਨੀ ਦਿਮਾਗੋਂ ਹਲਕੀ ਨਹੀਂ ਹੁੰਦੀ ਕਿ ਉਹ ਉਹਨਾਂ ਦੀ ਉਹ ਮੂਵਸ ਨੂੰ ਸਮਝ ਹੀ ਨਾ ਸਕੇ, ਉਹਨਾਂ ਨੂੰ ਕਾਊਂਟਰ ਕਰ ਹੀ ਨਾ ਸਕੇ। ਮੈਂ ਇਹ ਇੱਕ ਕਿਸਮ ਦਾ ਕੌਨਫੀਡੈਂਸ ਹੈ ਜਿਹੜਾ ਉਹ ਪੈਦਾ ਕਰਨਾ ਚਾਹੁੰਦਾ ਕਿ ਜਦੋਂ ਤੁਸੀਂ ਸਟੇਟ ਨਾਲ ਇੱਕ ਕੌਨਫਲਿਕਟ ਦੇ ਵਿੱਚ ਹੋ, ਤੁਸੀਂ ਏਜੰਸੀਆਂ ਨੂੰ ਵੀ ਇੱਕ ਆਪਦੀ ਓਪੋਨੈਂਟ ਵਜੋਂ ਬੁਲਾਓ ਕਿ ਤੁਸੀਂ ਸ਼ਤਰੰਜ ਖੇਡ ਰਹੇ ਆ, ਉਹ ਤੁਹਾਡਾ ਵਿਰੋਧੀ ਖਿਡਾਰੀ ਨੇ ਤੇ ਤੁਸੀਂ ਵੀ ਇੱਕ ਖਿਡਾਰੀ ਆ, ਤੁਹਾਡੀ ਵੀ ਇੱਕ ਹਸਤੀ ਹੈ, ਤੁਹਾਡੀ ਵੀ ਇੱਕ ਐਗਜ਼ਿਸਟੈਂਸ ਹੈ। ਜੇ ਉਹ ਇੱਕ ਮੂਵ ਲਾਉਂਦੇ ਆ, ਤੁਸੀਂ ਵੀ ਉਹਦੇ ਪੈਰਲ ਮੂਵ ਲਾ ਸਕਦੇ ਹੋ। ਸੋ ਇਹ ਕੌਨਫੀਡੈਂਸ ਨਾ ਪੰਥ ਦੇ ਵਿੱਚ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਆ। ਅਦਰਵਾਈਜ਼ ਅਸੀਂ ਹਰ ਗੱਲ ਦੀ ਐਕਸਪਲੇਨੇਸ਼ਨ ਹੀ ਐਂ ਕਰੀ ਜਾਂਦੇ ਆ ਵੀ ਜਿਵੇਂ ਹੁਣ ਪਿਛਲੇ ਦਿਨੀ ਇੱਕ ਮੀਟਿੰਗ ਦੇ ਵਿੱਚ ਇੱਕ ਬੰਦਾ ਕਹਿੰਦਾ ਕਿ ਦੇਖੋ ਜੀ, ਸਰਕਾਰ ਨੇ ਉਹਨਾਂ ਚਿਰ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਕਰਾਉਣੀਆਂ ਹੀ ਨਹੀਂ ਜਿੰਨਾ ਚਿਰ ਉਹਨਾਂ ਨੂੰ ਲੱਗਦਾ ਨਹੀਂ ਵੀ ਬਾਦਲ ਜਿੱਤੂਗਾ, ਤੇ ਇਸ ਕਰਕੇ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਵਾਸਤੇ ਕੁਝ ਕਰਨ ਦੀ ਲੋੜ ਹੀ ਨਹੀਂ, ਵੀ ਛੱਡੋ ਪਰੇ, ਕਿਉਂ ਆਪਾਂ ਵੋਟਾਂ ਬਣਾਉਣੀਆਂ, ਕਿਉਂ એનર્ਜੀ ਵੇਸਟ ਕਰਨੀ ਹੈ। ਮੈਂ ਇਹ ਗੱਲ ਦੇ ਬਿਲਕੁਲ ਖਿਲਾਫ ਹਾਂ। ਮੈਂ ਕਹਿੰਦਾ ਵੀ ਬਹੁਤ ਜ਼ਿਆਦਾ ਓਪਰੇਸ਼ਨ ਵਾਲੀ ਸਿਚੁਏਸ਼ਨ 'ਚ ਵੀ ਤੁਹਾਡੇ ਕੋਲੇ ਕੁਛ ਨਾ ਕੁਛ ਤਰੇੜਾਂ ਹੁੰਦੀਆਂ ਸਿਚੁਏਸ਼ਨ ਦੇ ਵਿੱਚ, ਜਿਨ੍ਹਾਂ ਦੇ ਵਿੱਚ ਦੀ ਤੁਸੀਂ ਐਕਟ ਕਰ ਸਕਦੇ ਹੋ। ਤੁਹਾਡੇ ਕੋਲੇ ਰੂਮ ਹੁੰਦਾ ਐਕਟ ਕਰਨ ਵਾਸਤੇ। ਸੋ ਟੋਟਲ ਕੰਟਰੋਲ ਵਾਲੀ ਸਿਚੁਏਸ਼ਨ ਤਾਂ ਅੱਜ ਤੱਕ ਦੁਨੀਆ ਤੇ ਪੈਦਾ ਹੋਈ ਨਹੀਂ 100% ਕੰਟਰੋਲ ਵਾਲੀ। ਤਾਂ ਫਿਰ ਬਗਾਵਤ ਹੀ ਮਰ ਜਾਂਦੀ, ਨਹੀਂ ਤਾਂ ਫਿਰ ਤਾਂ ਰੈਜ਼ਿਸਟੈਂਸ ਖਤਮ ਹੋ ਜਾਂਦੀ ਦੁਨੀਆ ਤੋਂ। ਜੇ ਇਸ ਤਰ੍ਹਾਂ ਦੀ ਗੱਲ ਹੁੰਦੀ ਵੀ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਉਹ ਰੱਬ ਬਣ ਗਈਆਂ, ਜੇ ਹਰ ਚੀਜ਼ ਨੂੰ ਵਾਚ ਕਰ ਰਹੀਆਂ, ਹਰ ਚੀਜ਼ ਉਹਨਾਂ ਨੂੰ ਪਹਿਲਾਂ ਹੀ ਪਤਾ, 50 ਸਾਲ ਬਾਅਦ ਕੀ ਹੋਣਾ ਉਹਨਾਂ ਨੂੰ ਪਤਾ, ਹਰ ਚੀਜ਼ ਨੂੰ ਉਹ ਪਹਿਲਾਂ ਹੀ ਕੰਟਰੋਲ ਕਰੀ ਜਾਂਦੀ, ਇਹੋ ਜਿਹੀ ਕੋਈ ਗੱਲ ਨਹੀਂ। CIA ਦਾ ਇਤਿਹਾਸ ਪੜ੍ਹ ਲਓ, ਉਹਨਾਂ ਨੇ ਬਥੇਰੇ ਬਲੰਡਰ ਕੀਤੇ ਆ, ਬਲੰਡਰ। ਹੁਣ ਉਹਦੇ ਤੋਂ ਉੱਤੇ ਤਾਂ ਕੋਈ ਹੈ ਨਹੀਂ ਜੀ। ਇੱਥੇ ਵੀ ਤੁਸੀਂ ਵੇਖੋ ਵੀ SYL ਗਾਣਾ ਇਹਨਾਂ ਨੇ ਹੁਣ ਬੈਨ ਕੀਤਾ, ਤੇ 20 ਦਿਨ ਪਹਿਲਾਂ ਵੀ ਤਾਂ ਕਰ ਸਕਦੇ ਸੀ। ਉਹ ਰਿਲੀਜ਼ ਹੀ ਨਾ ਹੋਣ ਦਿੰਦੇ, ਜੇ ਏਡੀ ਗੱਲ ਹੁੰਦੀ ਰਿਲੀਜ਼ ਹੀ ਨਾ ਹੋਣ ਦਿੰਦੇ, 2 ਦਿਨ ਪਹਿਲਾਂ ਕਰ ਦਿੰਦੇ। ਸੋ ਇਹ ਗੱਲ ਨਹੀਂ ਕਿ ਏਜੰਸੀਆਂ ਜਿਹੜੀਆਂ ਉਹ ਸਾਰਾ ਕੁਝ ਪਹਿਲਾਂ ਜਾਣਦੀਆਂ ਹੁੰਦੀਆਂ, ਉਹ ਸਰਬ ਸ਼ਕਤੀਮਾਨ ਨਹੀਂ ਰੱਬ ਵਾਂਗੂ, ਉਹਨਾਂ ਦੀਆਂ ਲਿਮਿਟੇਸ਼ਨਸ ਆ। ਤੇ ਲੜ ਰਹੀ ਧਿਰ ਨੂੰ ਬਹੁਤ ਜ਼ਰੂਰੀ ਹੈ ਕਿ ਉਹਨਾਂ ਲਿਮਿਟੇਸ਼ਨਾਂ ਨੂੰ ਪਛਾਣੇ ਤੇ ਉਹਨਾਂ ਨੂੰ ਪਛਾਣ ਕੇ ਆਪਦੇ ਮੂਵ ਲਾਵੇ, ਠੀਕ ਹੈ ਨਾ। ਸੋ ਇਸ ਕਰਕੇ ਆਉਣ ਵਾਲੀ ਜਿਹੜੀ ਇਹ ਤਾਂ ਰਾਜਨੀਤੀ ਹੈ, ਜਿਹੜੀ ਇਹ ਸ਼ਤਰੰਜ ਦੀ ਖੇਡ ਹੈ। ਜੇ ਤਾਂ ਤੁਸੀਂ ਪਛਾਣ ਗਏ ਕਿ ਤੁਹਾਡਾ ਵਿਰੋਧੀ ਤੁਹਾਨੂੰ ਕਿਸ ਚਾਲ ਰਾਹੀਂ ਫਸਾਉਣ ਜਾ ਰਿਹਾ, ਕਿੱਧਰੋਂ ਕਿੱਧਰੋਂ ਕੀ ਮੂਵ ਲਾ ਰਿਹਾ, ਫਿਰ ਤਾਂ ਤੁਸੀਂ ਉਹਦੀ ਡਿਫੈਂਸ ਕਰ ਲਓਗੇ, ਕਾਊਂਟਰ ਅਟੈਕ ਵੀ ਕਰ ਦਿਓਗੇ। ਜੇ ਤੁਹਾਨੂੰ ਉਹਨਾਂ ਦੀ ਗੱਲ ਸਮਝ ਹੀ ਨਾ ਆਈ, ਫਿਰ ਤੁਸੀਂ ਹੈਲਪਲੈਸ ਹੋ ਜਾਓਗੇ, ਫਿਰ ਤੁਹਾਡੇ ਤੋਂ ਕੁਝ ਨਹੀਂ ਕੀਤਾ ਜਾਣਾ। ਸੋ ਮੈਂ ਇਹ ਥਿਊਰੀ ਹੈ ਜਿਹੜੀ ਥੋੜੀ ਜਿਹੀ ਲੈ ਕੇ ਆ ਰਿਹਾ ਕਿ ਕਿਸੇ ਕੌਮ ਦਾ ਇਤਿਹਾਸ 2 ਪਹੀਆਂ ਤੇ ਰਿੜ ਕੇ ਅੱਗੇ ਵੱਧਦਾ। ਇੱਕ ਪਹੀਏ ਦਾ ਨਾਂ ਹੈ ਐਕਸ਼ਨ, ਦੂਜੇ ਪਹੀਏ ਦਾ ਨਾਂ ਹੈ ਅੰਡਰਸਟੈਂਡਿੰਗ। ਜਿਹੜੇ ਸਿੱਖ ਹੈ ਹਿਸਟੋਰੀਕਲੀ, ਜਿਹੜੇ ਇਹਨਾਂ ਦੀ ਐਕਸ਼ਨ ਵਾਲੀ ਸਾਈਡ ਹੈ, ਉਹ ਬਹੁਤ ਜ਼ਿਆਦਾ ਐਕਸਟਰਾਆਰਡੀਨਰੀਲੀ ਪਾਵਰਫੁਲ ਆ, ਬਹੁਤ ਜ਼ਿਆਦਾ ਪਾਵਰਫੁਲ ਆ। ਉਹੋ ਜੀ ਉਹ ਇੰਨੀ ਐਕਟਿਵ ਕੋਈ ਕੌਮ ਹੀ ਨਹੀਂ ਦੁਨੀਆ ਤੇ, ਨੇੜੇ ਤੇੜੇ ਵੀ ਨਹੀਂ ਕੋਈ, ਬਹੁਤ ਜ਼ਿਆਦਾ ਐਕਟਿਵ ਕੌਮ ਆ। ਜਿਹੜੀ ਅੰਡਰਸਟੈਂਡਿੰਗ ਵਾਲੀ ਸਾਈਡ ਹੈ ਉਹ ਸਾਡੀ ਹੈਗੀ ਕਮਜ਼ੋਰ, ਉਹ ਤੁਸੀਂ ਕਹ ਲਓ ਪਹੀਆ ਟੁੱਟਿਆ ਹੋਇਆ। ਉਹਦੇ ਕਰਕੇ ਮੌਕਾ ਆਉਂਦਾ, ਅਸੀਂ ਖੰਜਾ ਦਿੰਦੇ ਹਾਂ। 1947 ਚ ਮੌਕਾ ਆਇਆ, ਸਾਨੂੰ ਇਸ ਗੱਲ ਦੀ ਅੰਡਰਸਟੈਂਡਿੰਗ ਨਹੀਂ ਸੀ ਵੀ ਜੇ ਅਸੀਂ ਮੁਲਕ ਨਾ ਲਿਆ ਤਾਂ ਸਾਡੇ ਨਾਲ ਬਹੁਤ ਮਾੜੀ ਹੋਊਗੀ। ਜੇ ਇਹ ਕਲੈਕਟਿਵ ਅੰਡਰਸਟੈਂਡਿੰਗ ਹੁੰਦੀ ਪੰਥ ਨੂੰ, ਉਹਨਾਂ ਨੇ ਲੀਡਰ ਹੀ ਉਹੋ ਜਿਹੇ ਚੁਣ ਲੈਣੇ ਸੀ। ਉਹਨਾਂ ਨੇ ਉਹ ਲੀਡਰ ਪਾਸੇ ਕਰਕੇ ਆਪਦੀ ਗੱਲ ਕਰਨ ਵਾਲੇ ਲੀਡਰਾਂ ਨੂੰ ਅੱਗੇ ਲੈ ਆਉਣਾ ਸੀ। ਪਰ ਪੰਥ ਦੇ ਵਿੱਚ ਕਲੈਕਟਿਵ ਅੰਡਰਸਟੈਂਡਿੰਗ ਹੈ ਨਹੀਂ ਸੀ। ਕਲੈਕਟਿਵ ਅੰਡਰਸਟੈਂਡਿੰਗ ਇਹ ਸੀ ਵੀ ਹਾਂਜੀ, ਗਾਂਧੀ ਤੇ ਨਹਿਰੂ ਨੇ ਸਾਡੇ ਨਾਲ ਵਾਅਦੇ ਕਰ ਲਏ ਆ ਤੇ ਉਹ ਵਾਅਦੇ ਨਿਭਾਉਣਗੇ। ਇੱਕ ਨਾਈਵ ਜਿਹਾ ਕਿਸਮ ਦਾ ਐਟੀਟਿਊਡ ਸੀ ਵੀ ਹਰ ਬੰਦਾ ਜਿਹੜਾ ਵਾਅਦਾ ਕਰਦਾ ਉਹਨੂੰ ਨਿਭਾਉਂਦਾ, ਤੇ ਅਸੀਂ ਠੱਗੇ ਗਏ, ਠੀਕ ਹੈ ਨਾ। ਉਹ ਅੰਡਰਸਟੈਂਡਿੰਗ ਦੀ ਘਾਟ ਦੇ ਵਿੱਚੋਂ, ਐਕਸ਼ਨ ਦੀ ਘਾਟ ਨਹੀਂ ਸੀ। ਐਕਸ਼ਨ ਤਾਂ ਹੁਣ ਬ੍ਰਿਟਿਸ਼ ਦੇ ਖਿਲਾਫ ਜਿਹੜੀ ਰੈਜ਼ਿਸਟੈਂਸ ਦੇ ਵਿੱਚ ਸਿੱਖ ਬਹੁਤ ਜ਼ਿਆਦਾ ਐਕਟਿਵ ਸੀ। ਹਿੰਦੂ ਤੇ ਮੁਸਲਮਾਨ ਦੋਨਾਂ ਦੀ ਕੰਬਾਈਨਡ ਜਿਹੜੀ ਕੰਟਰੀਬਿਊਸ਼ਨ ਆ, ਉਹਦੇ ਨਾਲੋਂ ਵੀ ਵੱਧ ਸਿੱਖਾਂ ਦੀ ਕੰਟਰੀਬਿਊਸ਼ਨ ਆ, ਪਰ ਉਹਨਾਂ ਨੇ ਸਟੇਟ ਲੈ ਲਈ, ਅਸੀਂ ਫੇਰ ਰਹਿ ਗਏ। ਸੋ ਮੈਂ ਇਹ ਬੇਨਤੀ ਕਰ ਰਿਹਾ ਕਿ ਇਸ ਘੜੀ ਵੀ ਜਿਹੜੀ ਸਾਡੀ ਐਕਟਿਵ ਸਾਈਡ ਹੈ ਉਹ ਪੂਰੀ ਕਾਇਮ ਹੈ ਤੇ ਹੋਣੀ ਵੀ ਚਾਹੀਦੀ ਹੈ, ਪਰ ਉਹਦੇ ਨਾਲ ਜਿਹੜੀ ਸਾਡੀ ਵੀਕ ਸਾਈਡ ਹੈ ਅੰਡਰਸਟੈਂਡਿੰਗ ਵਾਲੀ, ਉਹਨੂੰ ਥੋੜਾ ਜਿਹਾ ਕਲੈਕਟਿਵ ਅੰਡਰਸਟੈਂਡਿੰਗ ਦੀ, ਉਹਨੂੰ ਥੋੜਾ ਜਿਹਾ ਉੱਤੇ ਕੰਮ ਕਰਨ ਦੀ, ਉੱਤੇ ਮਿਹਨਤ ਕਰਨ ਦੀ ਲੋੜ ਹੈ। ਫਿਰ ਸਾਡੀ ਜਿਹੜੀ ਮੂਵਮੈਂਟ ਦੀ ਸਪੀਡ ਹੈ ਨਾ, ਜਿਹੜੀ ਉਹ ਦਿਨਾਂ ਦੇ ਵਿੱਚ ਹੀ ਕਈ ਗੁਣਾ ਵੱਧ ਜਾਣੀ।
ਬਿਲਕੁਲ ਦੁਨੀਆ ਦੇ ਇਤਿਹਾਸ 'ਚ ਬਹੁਤ ਘੱਟ ਦੇਖਣ ਨੂੰ ਮਿਲਿਆ ਕਿ ਕਿਤੇ ਵੀ ਐਬਸੋਲੂਟ ਕੰਟਰੋਲ ਹੋਵੇ। ਤਾਂ ਇਹ ਗੱਲ ਦੀਪ ਸਿੰਘ ਸਿੱਧੂ ਵੀ ਇੱਕ ਗੱਲ ਜਦੋਂ ਗੁਰਦੁਆਰਾ ਸਾਹਿਬ 'ਚ ਸਪੀਚ ਦਿੰਦੇ ਕਿ ਬੰਦੇ ਦੇ ਪਿੱਛੇ ਕੋਈ ਹੈ ਵੀ ਪਿੱਛੇ ਮਤਲਬ ਗੁਰੂ ਤੋਂ ਵੱਡਾ ਪਿੱਛਾ ਕਿਸ ਦਾ। ਇਸ ਚੀਜ਼ ਦੇ ਵਿੱਚ ਤਾਂ ਮੈਨੂੰ ਲੱਗਦਾ ਕਿ ਕਾਫੀ ਇੰਪਰੂਵਮੈਂਟ ਵੀ ਪਿਛਲੇ 2-3 ਸਾਲਾਂ ਨਾਲੋਂ ਆਈ ਹੈ ਸਿੱਖ ਯੂਥ ਦੇ ਵਿੱਚ, ਜਿਹਦੇ ਵਿੱਚ ਹਰ ਬੰਦੇ ਦੇ ਉੱਪਰ ਉਂਗਲੀ ਚੱਕੀ ਜਾਂਦੀ ਸੀ, ਪਰ ਹੁਣ ਕਿਤੇ ਨਾ ਕਿਤੇ ਉਹ ਕੌਨਫੀਡੈਂਸ ਬਿਲਡ ਹੋਣਾ ਸ਼ੁਰੂ ਹੋਇਆ ਤੇ ਜਿਸ ਦਾ ਨਤੀਜਾ ਵੀ ਸਾਨੂੰ ਇਲੈਕਸ਼ਨ ਦੇ ਵਿੱਚ ਵੇਖਣ ਨੂੰ ਮਿਲਿਆ। ਤਾਂ ਭਾਜੀ ਚੈਨਲ ਦੇ ਉੱਪਰ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਆਪਾਂ ਇਸ ਗੱਲਬਾਤ ਦੇ ਰਾਹੀਂ ਵੱਖ-ਵੱਖ ਵਿਸ਼ਿਆਂ ਨੂੰ ਛੂਹਿਆ। ਸਰਦਾਰ ਪ੍ਰਭਸ਼ਰਨਬੀਰ ਸਿੰਘ ਹੋਣਾ ਨੇ ਜੀਓ ਪੋਲਿਟਿਕਸ, ਜੋ ਹਿੰਦੁਸਤਾਨ ਦੇ ਅੰਦਰੂਨੀ ਪੋਲਿਟਿਕਸ ਆ ਜਾਂ ਜਿਵੇਂ ਰੈਜ਼ਿਸਟੈਂਸ ਪੋਲਿਟਿਕਸ, ਵੋਟ ਪੋਲਿਟਿਕਸ, ਉਹਨਾਂ ਸਾਰਿਆਂ ਦੇ ਵਿੱਚ ਇਸ ਜਿੱਤ ਦਾ ਕੀ ਅਸਰ ਹੋ ਸਕਦਾ ਆ, ਸਿੱਖਾਂ ਦਾ ਭਵਿੱਖ ਕੀ ਹੈ ਤੇ ਉਹਨਾਂ ਨੂੰ ਅੱਗੇ ਕਿਵੇਂ ਚੱਲਣਾ ਚਾਹੀਦਾ, ਇਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਬਾਰੇ ਉਹਨਾਂ ਨੇ ਮੈਨੂੰ ਲੱਗਦਾ ਕਿ ਇਹਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਇਸ ਗੱਲਬਾਤ ਦੇ ਵਿੱਚ। ਚੈਨਲ ਦੇ ਉੱਪਰ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ